दरबार साहब दे लाइन जिहड़ी आ बहुत वड्डी लगी सी और मिलटरी वाले बहुता जिहड़े सन हिंदू जेंटलमैन सन ते वो कोई बहुता वधिया सलूक नहीं कर रहे सन। ते जदों मेरी ताई भी देख रही सी वो दृश्य कि फौज वाले वो सलूक नहीं कर रहे सन, हिंदू टोपियां वाले लोग सन, सरदार बहुत अफसर ही उत्थे लगे हुए सन। ਉਹਨਾਂ ਨੇ ਮੇਰੀ ਤਾਈ ਨੇ ਅੱਗੇ ਹੋ ਕੇ ਕਿਹਾ ਵੀ ਸਾਡੇ ਸੰਗਤਾਂ ਦੇ ਤਾਂ ਜਿਹੜੇ ਦਿਲ ਅੱਗੇ ਹੀ ਬਹੁਤ ਦੁਖੀ ਨੇ ਤੇ ਤੁਸੀਂ ਇਹ ਕੀ ਕਰ ਰਹੇ ਹੋ, ਇੱਦਾਂ ਦਾ ਸਲੂਕ ਨਾ ਕਰੋ। ਤੇ ਉਹ ਕਹਿਣ ਲੱਗੇ ਵੀ ਤੁਸੀਂ ਸਾਡੇ ਅਫਸਰ ਨੂੰ ਮਿਲ ਲਓ, ਉਹ ਜਿੱਦਾਂ ਕਹਿਣਗੇ ਅਸੀਂ ਉੱਦਾਂ ਹੀ ਕਰਾਂਗੇ। ਜਦੋਂ ਉਹ ਸਾਰਾ ਕੁਛ ਵਾਪਰ ਚੁੱਕਾ ਸੀਗਾ, ਅੰਦਰ ਗਏ ਤਾਂ ਅਕਾਲ ਤਖਤ ਸਾਹਿਬ ਜਿਹੜਾ ਸੀਗਾ ਉਹ ਬਹੁਤ ਖਿੰਡਰਿਆ ਪੁੰਡਰਿਆ ਸੀ। ਇੱਦਾਂ ਹੀ ਨਹੀਂ ਲੱਗ ਰਿਹਾ ਸੀਗਾ ਵੀ ਟੁੱਟਿਆ ਫੁੱਟਿਆ ਢਾਂਚਾ ਲੱਗ ਰਿਹਾ ਸੀ, ਬਹੁਤ ਦੁਖੀ ਹੋ ਰਿਹਾ ਸੀ ਸਾਰਾ ਕੁਛ। ਤੇ ਸੰਗਤਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ। ਇੰਨੇ ਨੂੰ ਕਿਰਪਾਲ ਸਿੰਘ ਆ ਗਿਆ, ਸੰਗਤਾਂ ਉਹਨੂੰ ਘੇਰ ਬੈਠੀਆਂ ਤੇ ਕਹਿਣ ਲੱਗੀਆਂ ਵੀ ਆਹ ਚੂੜੀਆਂ ਲੈ ਤੇ ਇਹ ਪਾ ਲਾ, ਕਿਉਂਕਿ ਤੂੰ ਜਿਹੜਾ ਸਿੱਖ ਪੰਥ ਦੇ ਨਾਲ ਧੋਖਾ ਕੀਤਾ, ਝੂਠ ਬੋਲਿਆ। ਰਾਜੀਵ ਗਾਂਧੀ ਨੇ ਇਹ ਗੱਲ ਕਹੀ ਕਿ ਸੰਤ ਜਿਹੜਾ ਜਰਨੈਲ ਸਿੰਘ ਹੈ ਉਹ ਸੰਤ ਇੱਕ ਸੱਚੀ ਮੁੱਚੀ ਦਾ ਸੰਤ ਹੈ। ਉਹਨੇ ਇਹ ਗੱਲ ਕਿਉਂ ਕਹੀ ਗਈ ਤੇ ਜੇ ਕਾਰਵਾਈ ਤਾਂ ਉਹਦੇ ਵੀ ਹੋਣੀ ਚਾਹੀਦੀ ਹੈ, ਕਿਉਂ ਸਮਰਥਨ ਕਿਉਂ ਕਰ ਰਿਹਾ ਸੰਤ ਜਰਨੈਲ ਸਿੰਘ ਦਾ? ਸਾਨੂੰ ਇਹ ਗੱਲ ਯਾਦ ਰੱਖਣ ਦੀ ਲੋੜ ਹੈ। ਔਰ ਸਿੱਖ ਜਿਹੜਾ ਹੈ ਉਹ ਪੰਜਾਬ ਦਾ ਪਹਿਰੇਦਾਰ ਹੈ, ਉਹਨੂੰ ਪਹਿਰੇਦਾਰੀ ਨਿਭਾਉਣੀ ਚਾਹੀਦੀ ਹੈ। ਇਹਨਾਂ ਸਾਰੇ ਧਰਮਾਂ ਨੂੰ ਇਕੱਠਾ ਕਰਨਾ ਚਾਹੀਦਾ ਔਰ ਮਜ਼ਬੂਤ ਜਿਹੜੀ ਹੈ ਉਹ ਸਿਆਸੀ ਪਹੁੰਚ ਅਪਣਾਉਣ ਦੀ ਲੋੜ ਹੈ। ਸਿਆਸੀ ਪਹੁੰਚ ਨੂੰ ਅਪਣਾਏ ਬਿਨਾਂ ਤੁਸੀਂ ਜਿੰਨੇ ਮਰਜ਼ੀ ਨਾਅਰੇ ਲਾਈ ਜਾਓ, ਸਾਡੇ ਤੇ ਬਾਰ-ਬਾਰ ਇਹ ਸੰਕਟ ਆਣੇ ਆ। ਸੰਕਟ ਤੋਂ ਬਚਣਾ ਹੈ ਤਾਂ ਗੁਰੂ ਦੀ ਵਿਚਾਰਧਾਰਾ ਨੂੰ ਸਿਆਸੀ ਤੌਰ ਤੇ ਪ੍ਰਗਟ ਕਰਨਾ ਪੈਣਾ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਏਜੰਡਾ। ਗੁਰੂ ਗ੍ਰੰਥ ਸਾਹਿਬ ਅਜਿਹੀ ਸਿਆਸੀ ਵਿਚਾਰਧਾਰਾ ਦਿੰਦਾ ਹੈ ਜਿਹੜਾ ਬੇਗਮਪੁਰਾ, ਜਿਹੜਾ ਹਲੀਮੀ ਰਾਜ ਦੀ ਸਿਰਜਣਾ ਕਰਦਾ ਹੈ, ਜਿਹਦੀ ਤਾਰੀਫ ਬਾਬਾ ਸਾਹਿਬ ਅੰਬੇਡਕਰ ਕਰਦੇ ਨੇ। ਜਾਤ ਪਾਤ ਦਾ ਬੀਜ ਨਾਸ਼ ਵਿੱਚ ਉਹ ਕਹਿੰਦੇ ਨੇ ਜਿੱਥੇ ਗੁਰੂ ਨਾਨਕ ਖਲੋਤੇ, ਜਿੱਥੇ ਬੁੱਧ ਖਲੋਤੇ, ਜਿੱਥੇ ਕਬੀਰ ਖਲੋਤੇ, ਉੱਥੇ ਤੁਹਾਨੂੰ ਖੜਨਾ ਹੀ ਪੈਣਾ ਹੈ। ਅਸੀਂ ਇਹ ਨਾ ਕਹੀਏ ਵੀ ਸਾਡੇ ਤੇ ਜ਼ੁਲਮ ਹੋ ਗਿਆ, ਅਸੀਂ ਕਹੀਏ ਪੰਜਾਬ ਤੇ ਜ਼ੁਲਮ ਹੋਇਆ। ਅਸੀਂ ਇਹ ਕਹੀਏ ਕਿ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ। ਔਰ ਜਿੰਨਾ ਚਿਰ ਤੱਕ ਤੁਸੀਂ ਪੰਜਾਬ ਨੂੰ ਇਕੱਠੇ ਨਹੀਂ ਕਰੋਗੇ ਇਹ ਸਭ ਕੁਝ ਵਾਪਰਦਾ ਰਹੇਗਾ। ਅਸੀਂ ਸ਼ਿਕਾਇਤ ਕਿਸ ਨੂੰ ਕਰਾਂਗੇ? ਸ਼੍ਰੋਮਣੀ ਕਮੇਟੀ ਇਹ ਵੀ ਨਹੀਂ ਕਹਿ ਸਕੀ ਅਜੇ ਤੱਕ ਕਿ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ, ਇੱਕ 60-70 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਹਵਾਈ ਸੈਨਾ ਵੀ ਲੈ ਆਣੀ ਔਰ ਆਰਮੀ ਵੀ ਲੈ ਆਣੀ, ਟੈਂਕ ਵੀ ਲੈ ਆਣੀ। ਇਹ ਕਿੰਨੀ ਕੁ ਚੰਗੀ ਗੱਲ ਹੈ ਕਿ ਇੱਕ ਦੁਸ਼ਮਣ ਇੱਕ ਦੇਸ਼ ਦੇ ਲੋਕਾਂ ਤੇ ਹੀ ਦੇਸ਼ ਦੀ ਫੌਜ ਜਿਹੜੀ ਹੈ ਕਰੇ। ਫਿਰ ਅੰਗਰੇਜ਼ਾਂ ਤੇ ਸਾਡੇ 'ਚ ਕੀ ਫਰਕ ਹੈ? ਔਰ ਡਾਇਰ ਆਉਂਦਾ ਔਰ ਜਿਹੜਾ ਜਲਿਆਂਵਾਲੇ ਬਾਗ ਦੇ ਵਿੱਚ ਲਾਸ਼ਾਂ ਵਿਛਾ ਜਾਂਦਾ। ਉਹੀ ਮੈਂ ਉੱਦਾਂ ਦਾ ਹੀ ਵਰਤਾਰਾ ਇਹ ਦੇਖ ਰਿਹਾ ਵੀ ਦਰਬਾਰ ਸਾਹਿਬ ਇੱਕ ਤਰ੍ਹਾਂ ਦਾ ਜਲਿਆਂਵਾਲਾ ਬਾਗ, ਉਹ ਵੀ ਆਜ਼ਾਦੀ। ਜਦੋਂ ਅਸੀਂ ਕਹਿੰਦੇ ਹਾਂ ਅਸੀਂ ਆਜ਼ਾਦ ਹੋ ਗਿਆ, ਆਪਣਾ ਸਾਂਝਾ ਪੰਜਾਬ ਟੀਵੀ ਤੇ ਦੋਸਤੋ ਤੁਹਾਡਾ ਸਵਾਗਤ ਹੈ। ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਜੂਨ 1984 ਘੱਲੂਘਾਰਾ, ਜੂਨ 1984 ਜਿਹੜਾ ਸੰਤਾਪ ਸਿੱਖ ਕੌਮ ਨੇ ਆਪਣੇ ਪਿੰਡੇ ਦੇ ਉੱਪਰ ਹੰਢਾਇਆ, ਸਿੱਖ ਕੌਮ ਰਹਿੰਦੀ ਦੁਨੀਆ ਤੱਕ ਉਹਨੂੰ ਭੁੱਲਣ ਨੂੰ ਬਿਲਕੁਲ ਵੀ ਤਿਆਰ ਨਹੀਂ ਹੈ। ਕਿਉਂਕਿ ਸਿੱਖਾਂ ਨੂੰ ਇਹ ਲੱਗਦਾ ਕਿ ਸਾਡੇ ਮੁਕੱਦਸ ਅਸਥਾਨ, ਜਿਹੜਾ ਅਸਥਾਨ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਸਿਰਜਿਆ ਸੀਗਾ, ਤਖਤ ਅਕਾਲ ਨੂੰ ਉਸ ਵੇਲੇ ਦੀ ਹਕੂਮਤ ਨੇ ਫੌਜਾਂ ਚਾੜ ਕੇ ਉਹਨੂੰ ਢਾਇਆ। ਸਿੱਖ ਉਹਨੂੰ ਕਦੇ ਵੀ ਭੁੱਲਣ ਨੂੰ ਤਿਆਰ ਨਹੀਂ ਹੈਗੇ। ਸੋ ਪ੍ਰੋਗਰਾਮਾਂ ਦੀ ਲੜੀ ਤਹਿਤ ਅਸੀਂ ਵੱਖ-ਵੱਖ ਵਿਦਵਾਨ, ਆਮ ਜਿਹਦੇ ਵਿੱਚ ਸਿੱਖ ਸੰਗਤ ਵੀ ਹੈਗੀ ਆ, ਉਹਨਾਂ ਨੂੰ ਵੀ ਆਪਾਂ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਵੀ ਉਹਨਾਂ ਨੇ ਉਸ ਵੇਲੇ ਆਪਣੇ ਆਸੇ ਪਾਸੇ ਦਾ ਵਾਤਾਵਰਨ ਕਿਹੋ ਜਿਹਾ ਦੇਖਿਆ, ਕੀ ਮਹਿਸੂਸ ਕੀਤਾ। ਜਿਹੜੇ ਸੱਜਣ ਉਸ ਵੇਲੇ ਦਰਬਾਰ ਸਾਹਿਬ ਦੇ ਅੰਦਰ ਸੀਗੇ, ਅਸੀਂ ਉਹਨਾਂ ਨੂੰ ਵੀ ਲੈ ਕੇ ਤੁਹਾਡੇ ਰੂਬਰੂ ਆ ਰਹੇ ਹੈਗੇ ਆ। ਇੱਦਾਂ ਹੀ ਅੱਜ ਆਪਾਂ ਖਾਸ ਮੁਲਾਕਾਤ ਕਰਨ ਜਾ ਰਹੇ ਹੈਗੇ ਆ ਸੀਨੀਅਰ ਪੱਤਰਕਾਰ ਅਤੇ ਸਿੱਖ ਬੁੱਧੀਜੀਵੀ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ ਜਲੰਧਰ। ਆਪਾਂ ਉਹਨਾਂ ਦੇ ਘਰ ਆਏ ਹੈਗੇ ਆ। ਬਹੁਤ ਸਾਰੀਆਂ ਯਾਦਾਂ ਉਹਨਾਂ ਦੇ ਕੋਲ ਵੀ ਹੈਗੀਆਂ ਨੇ ਦਰਬਾਰ ਸਾਹਿਬ ਤੋਂ ਜਦੋਂ ਹਮਲਾ ਹੋਇਆ ਉਸ ਤੋਂ ਬਾਅਦ, ਜਦੋਂ ਪਹਿਲੀ ਵਾਰ ਉੱਥੇ ਗਏ, ਉਹਨਾਂ ਨੇ ਉੱਥੇ ਜਾ ਕੇ ਕੀ ਵੇਖਿਆ। ਇਸ ਤੋਂ ਇਲਾਵਾ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਕਿ ਉਸ ਵੇਲੇ ਭਾਰਤੀ ਫੌਜ ਵੱਲੋਂ ਉਹਦਾ ਖਜ਼ਾਨਾ ਲੁੱਟ ਲਿਆ ਗਿਆ, ਇਤਿਹਾਸਕ ਦਸਤਾਵੇਜ਼, ਪੁਰਾਤਨ ਗ੍ਰੰਥ ਅਤੇ ਹੋਰ ਬਹੁਤ ਸਾਰਾ ਸਾਹਿਤ ਲੁੱਟ ਕੇ ਲੈ ਗਏ। ਹਾਲੇ ਤੱਕ ਵਾਪਸ ਸਿੱਖ ਕੌਮ ਨੂੰ ਉਹ ਨਹੀਂ ਮਿਲਿਆ ਹੈਗਾ। ਉਹਦੇ ਬਾਰੇ ਵੀ ਚਰਚਾ ਕਰਾਂਗੇ ਕਿ ਸਿੱਖ ਸਾਹਿਤ ਨੂੰ ਉਹਨਾਂ ਨੇ ਕਿਉਂ ਲੁੱਟਿਆ, ਕੀ ਮਨਸ਼ਾ ਹੋ ਸਕਦੀ ਹੈ, ਸਿੱਖ ਸਾਹਿਤ ਦੀ ਕਿਸੇ ਵੀ ਕੌਮ ਦੇ ਵਾਸਤੇ ਕੀ ਮਹੱਤਤਾ ਹੁੰਦੀ ਹੈ, ਉਹ ਵੀ ਵਿਚਾਰਾਂਗੇ। ਪ੍ਰੋਫੈਸਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।
ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਮੈਂ ਚਾਹੁੰਦਾ ਹੈਗਾ ਕਿ ਗੱਲ ਆਪਾਂ ਇੱਥੋਂ ਸ਼ੁਰੂ ਕਰੀਏ ਭਈ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਉਸ ਤੋਂ ਬਾਅਦ ਜਦੋਂ ਤੁਸੀਂ ਪਹਿਲੀ ਵਾਰ ਦਰਬਾਰ ਸਾਹਿਬ ਦਰਸ਼ਨ ਮੇਲੇ ਕਰਨ ਵਾਸਤੇ ਗਏ ਤਾਂ ਉੱਥੇ ਤੁਸੀਂ ਕੀ ਕੁਝ ਵੇਖਿਆ? ਕਦੋਂ ਗਏ ਸੀ ਦੁਬਾਰਾ ਤੁਸੀਂ ਪਹਿਲੀ ਵਾਰ? ਫਿਰ ਜਦੋਂ ਕਰਫਿਊ ਖੁੱਲ੍ਹਿਆ ਉਹ ਤੋਂ ਹਫ਼ਤਾ ਬਾਅਦ ਅਸੀਂ ਗਏ ਸੀਗੇ। ਮੈਂ ਜਾਣਾ ਚਾਹੁੰਦਾ ਸੀ ਪਰ ਮੇਰੇ ਘਰ ਦੇ ਨਹੀਂ ਸੀ ਜਾਣ ਦੇਣਾ ਚਾਹੁੰਦੇ। ਮੈਂ ਬਹੁਤ ਰੋ ਰਿਹਾ ਸੀਗਾ ਵੀ ਇਹ ਸਾਡੇ ਨਾਲ ਕੀ ਵਾਪਰ ਗਿਆ। ਮੇਰੀ ਉਮਰ ਬਹੁਤ ਛੋਟੀ ਜਿਹੀ ਸੀ ਔਰ ਮੇਰੀ ਤਾਈ ਉਸੇ ਵੇਲੇ ਆਈ ਕਿ ਮੈਂ ਉਹਦਾ ਹਾਲ ਚਾਲ ਪੁੱਛਣਾ। ਕਰਫਿਊ ਲੱਗਾ ਸੀਗਾ, ਉਸ ਤੋਂ ਬਾਅਦ ਕਰਫਿਊ ਖ਼ਤਮ ਵੀ ਹੋਇਆ ਅਤੇ ਢਿੱਲ ਵੀ ਮਿਲਣੀ ਸ਼ੁਰੂ ਹੋਈ। ਤਾਈ ਆਈ ਮੇਰੀ ਘਰ ਅਤੇ ਮੇਰਾ ਪਾਲਣ ਪੋਸ਼ਣ ਵੀ ਉਹਦੇ ਕੋਲ ਹੋਇਆ ਸੀਗਾ ਅਤੇ ਉਹ ਕਹਿਣ ਲੱਗੀ ਕਿ ਜੇ ਇਹ ਕਹਿੰਦਾ ਤਾਂ ਮੈਂ ਇਹਨੂੰ ਲੈ ਕੇ ਜਾਵਾਂਗੀ। ਅਤੇ ਮੇਰਾ ਕਜ਼ਨ ਵੀ ਜਿਹੜਾ ਵੱਡਾ ਸੀਗਾ ਅਜੀਤ ਸਿੰਘ, ਉਹ ਵੀ ਸਾਡੇ ਨਾਲ ਤਿਆਰ ਹੋ ਗਏ। ਅਸੀਂ ਤਿਆਰ ਹੋ ਗਏ ਤਿੰਨੇ ਜਣੇ ਰੱਜ ਗਏ ਅਤੇ ਦਰਬਾਰ ਸਾਹਿਬ ਦੇ ਲਾਈਨ ਜਿਹੜੀ ਆ ਬਹੁਤ ਵੱਡੀ ਲੱਗੀ ਸੀ ਔਰ ਮਿਲਟਰੀ ਵਾਲੇ ਬਹੁਤਾ ਜਿਹੜੇ ਸਨ ਹਿੰਦੂ ਜੈਂਟਲਮੈਨ ਸਨ ਅਤੇ ਉਹ ਕੋਈ ਬਹੁਤਾ ਵਧੀਆ ਸਲੂਕ ਨਹੀਂ ਕਰ ਰਹੇ ਸਨ। ਤਾਂ ਮੇਰੀ ਤੁਹਾਨੂੰ ਚੇਤਾ ਕੁਛ ਕਿੰਨੀ ਕੁ ਤਰੀਕ ਦੀ ਗੱਲ ਆ ਇਹ? ਮੈਨੂੰ ਉਹ ਪੂਰੀ ਤਰ੍ਹਾਂ ਚੇਤੇ ਨਹੀਂ, ਪਰ ਮੈਨੂੰ ਲੱਗਦਾ ਕਿ ਅਸੀਂ ਹਫ਼ਤਾ ਕੁ ਬਾਅਦ ਅਸੀਂ ਤੁਰੰਤ ਚਲੇ ਗਏ ਸੀ ਅਤੇ ਐਂਟਰੀ ਵੀ ਬਹੁਤ, ਜਿਹੜਾ ਸਮਾਂ ਸੀਗਾ ਐਂਟਰੀ ਦਾ ਉਹ ਵੀ ਬਹੁਤ ਘੱਟ ਸੀਗਾ। ਮਤਲਬ 4-5 ਘੰਟੇ ਬਸ ਇੰਨਾ ਕੁ ਖੋਲ੍ਹਿਆ ਜਾਂਦਾ ਸੀਗਾ ਅਤੇ ਸੰਗਤ ਵੀ ਬਹੁਤ ਜਿਹੜੀ ਦੇਖਣ ਸੀ ਵੀ ਅੰਦਰ ਦਰਬਾਰ ਸਾਹਿਬ ਵਿੱਚ ਕੀ ਵਾਪਰਿਆ ਸਾਡੇ ਦਰਬਾਰ ਸਾਹਿਬ ਨੂੰ, ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਦਰਬਾਰ ਸਾਹਿਬ ਨਾਲ ਜੁੜੀਆਂ ਹੋਈਆਂ ਔਰ ਦਰਬਾਰ ਸਾਹਿਬ ਸਿੱਖਾਂ ਦੀ ਰੂਹ ਦੇ ਵਿੱਚ ਹੈ ਔਰ ਦਰਬਾਰ ਸਾਹਿਬ ਤੋਂ ਸਿੱਖ ਟੁੱਟ ਹੀ ਨਹੀਂ ਸਕਦਾ, ਕਿਉਂਕਿ ਇਹ ਇਹੋ ਜਿਹਾ ਕੇਂਦਰ ਹੈ ਜਿਹਦੇ ਵਿੱਚ ਜਿੱਥੋਂ ਸੁਨੇਹਾ ਜਿਹੜਾ ਸਰਬੱਤ ਦੇ ਭਲੇ ਦਾ ਦਿੱਤਾ ਜਾਂਦਾ ਹੈ ਕਿ ਇਹਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਅਤੇ ਚਾਹੇ ਉਹ ਦੱਬਿਆ ਕੁਚਲਿਆ, ਚਾਹੇ ਕਿਰਤੀ ਹੈ, ਗੋਰਾ ਹੈ, ਕਾਲਾ, ਇਹਦੇ 'ਚ ਕੋਈ ਭਿੰਨ ਭੇਦ ਨਹੀਂ ਕੀਤਾ ਜਾਂਦਾ। ਇਹ ਇਹੋ ਜਿਹਾ ਸਥਾਨ ਹੈ ਜਿੱਥੋਂ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਜਾਂਦਾ ਹੈ ਅਤੇ ਹਰੇਕ ਸਿੱਖ ਇਸ ਗੱਲ ਤੋਂ ਹੈਰਾਨ ਪੀੜਤ ਸੀਗਾ ਕਿ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਹੋ ਗਿਆ। ਇਹ ਕੀ ਕਾਰਨ ਬਣਿਆ ਸਾਡੇ ਨਾਲ? ਇੱਦਾਂ ਕੀ ਗੱਲ ਹੋ ਗਈ ਸਾਡੇ ਨਾਲ ਵਾਪਰ ਗਈ ਕਿ ਇਹਨਾਂ ਨੂੰ ਹਮਲਾ ਕਰਨ ਦੀ ਲੋੜ ਪੈ ਗਈ? ਔਰ ਜਦੋਂ ਮੇਰੀ ਤਾਈ ਵੀ ਦੇਖ ਰਹੀ ਸੀ ਉਹ ਦ੍ਰਿਸ਼ ਕਿ ਫੌਜ ਵਾਲੇ ਉਹ ਸਲੂਕ ਨਹੀਂ ਕਰ ਰਹੇ ਸਨ, ਹਿੰਦੂ ਟੋਪੀਆਂ ਵਾਲੇ ਲੋਕ ਸਨ, ਸਰਦਾਰ ਬਹੁਤ ਅਫਸਰ ਹੀ ਉੱਥੇ ਲੱਗੇ ਹੋਏ ਸਨ। ਉਹਨਾਂ ਨੇ, ਮੇਰੀ ਤਾਈ ਨੇ ਅੱਗੇ ਹੋ ਕੇ ਕਿਹਾ ਵੀ ਸਾਡੇ ਸੰਗਤਾਂ ਦੇ ਤਾਂ ਜਿਹੜੇ ਦਿਲ ਅੱਗੇ ਹੀ ਬਹੁਤ ਦੁਖੀ ਨੇ ਅਤੇ ਤੁਸੀਂ ਇਹ ਕੀ ਕਰ ਰਹੇ ਹੋ, ਇੱਦਾਂ ਦਾ ਸਲੂਕ ਨਾ ਕਰੋ। ਅਤੇ ਉਹ ਕਹਿਣ ਲੱਗੇ ਵੀ ਤੁਸੀਂ ਸਾਡੇ ਅਫਸਰ ਨੂੰ ਮਿਲ ਲਓ। ਉਹ ਜਿੱਦਾਂ ਕਹਿਣਗੇ ਅਸੀਂ ਉੱਦਾਂ ਹੀ ਕਰਾਂਗੇ। ਸਲੂਕ ਕਿਵੇਂ? ਮਤਲਬ ਜਾਣ ਤੋਂ ਰੋਕਦੇ ਸੀਗੇ ਜਾਂ? ਜਾਣ ਤੋਂ ਰੋਕਦੇ ਸੀ, ਮਤਲਬ ਕਿ ਥੋੜ੍ਹੇ ਜਿਹੇ ਮਤਲਬ ਕਿ ਗਰਮ ਨਾ, ਸਿੱਧੇ ਖੜ੍ਹੇ ਹੋ, ਮਤਲਬ ਕਿ ਧੱਕੇ ਨਾ ਮਾਰੋ, ਐ ਨਾ ਕਰੋ। ਅਤੇ ਉਹ ਮੇਰੀ ਤਾਈ ਜਿਹੜੀ ਆ ਉਸ ਫੌਜੀ ਸਿੱਖ ਅਫਸਰ ਕੋਲ ਚਲੀ ਗਈ ਅਤੇ ਫੌਜੀ ਸਿੱਖ ਅਫਸਰ ਨੇ ਹਿੰਦੂ ਜੈਂਟਲਮੈਨ ਜਿਹੜਾ ਵੱਡਾ ਅਫਸਰ ਸੀ ਉਹਦੇ ਕੋਲ ਭੇਜ ਦਿੱਤਾ ਵੀ ਇਹ ਤੁਹਾਡੇ ਨਾਲ ਕੋਈ ਗੱਲ ਕਰਨੀ। ਮੇਰੀ ਤਾਈ ਕਹਿੰਦੀ ਵੀ ਇਹਨਾਂ ਦੇ ਨਾਲ ਜਿਹੜਾ ਨਾ ਸੰਗਤ ਹੈ ਇਹ ਪੀੜਤ ਹੈ ਵੀ ਇਹ ਆਪਣੇ ਦਰਬਾਰ ਸਾਹਿਬ ਦੇਖਣ ਆਈ ਹੈ, ਵੀ ਜੇ ਤੁਸੀਂ ਉਹਨਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਕੁਛ ਵੀ ਕਰਨਾ ਚਾਹੁੰਦੇ ਹੋ, ਪ੍ਰੇਮ ਨਾਲ ਕਹਿ ਦਿਓ। ਇਹ ਥੋੜ੍ਹੀ ਜਿਹੀ ਤੁਸੀਂ ਜਿਹੜੀ ਹੈ ਡਾਇਰੈਕਸ਼ਨ ਆਪਣੇ ਅਧਿਕਾਰੀਆਂ ਨੂੰ ਦੇਵੋ ਤਾਂ ਜੋ ਸਾਡੇ ਜਿਹੜੇ ਦਿਲ ਤਾਂ ਅੱਗੇ ਹੀ ਦੁਖੀ ਨੇ, ਤੁਸੀਂ ਇਹੋ ਜਿਹਾ ਸਲੂਕ ਨਾ ਕਰੋ। ਅਤੇ ਉਹ ਅਫਸਰ ਬਹੁਤ ਵਧੀਆ ਸੀਗਾ ਅਤੇ ਉਸਨੇ ਉਸੇ ਵੇਲੇ ਉਹਨਾਂ ਅਧਿਕਾਰੀਆਂ ਨੂੰ ਜਿਹੜੇ ਕੰਟਰੋਲ ਕਰ ਰਹੇ ਸੰਗਤ ਨੂੰ ਵੀ ਧੱਕੇ ਮੁੱਕੀ ਨਾ ਹੋਵੇ ਤਾਂ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਇਹੋ ਜਿਹਾ ਸੰਗਤ ਨਾਲ ਸਲੂਕ ਨਾ ਕਰੋ। ਗੱਲ ਇਹ ਹੁੰਦੀ ਹੈ ਕਿ ਜੋ ਹਮਲਾ ਹੋਇਆ ਉਹ ਕਰੈਕਟਰ ਦਾ ਅਤੇ ਜਿਹੜੇ ਅਧਿਕਾਰੀ ਥੱਲੇ ਕੰਮ ਕਰ ਰਹੇ ਨੇ ਉਹਨਾਂ ਦੇ ਕਰੈਕਟਰ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ। ਉਹਨਾਂ ਨੇ ਜਿਹੜਾ ਆਰਡਰ ਹੁੰਦਾ ਉਹ ਨਿਭਾਉਣਾ ਹੁੰਦਾ। ਉਹ ਜਿਹੜੀਆਂ ਸਰਕਾਰਾਂ ਦੇ ਦੇਸ਼ ਹੁੰਦੇ ਨੇ ਉਹਨਾਂ ਨੂੰ ਨਿਭਾਉਣੇ ਪੈਂਦੇ ਨੇ। ਸੋ ਇਸ ਕਰਕੇ ਜਿਹੜਾ ਉਹਨਾਂ ਦਾ ਅੰਦਰ ਕੰਮ ਕਰ ਰਿਹਾ ਵੀ ਇਹ ਵੀ ਮਨੁੱਖ ਨੇ ਸਾਡੇ ਵਰਗੇ, ਇਹਨਾਂ ਨਾਲ ਸਲੂਕ ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਇਹ ਤਾਂ ਦਰਸ਼ਨ ਕਰਨ ਆਏ ਨੇ, ਇਹ ਕੋਈ ਅੱਤਵਾਦੀ ਥੋੜ੍ਹਾ ਨੇ ਵੀ ਜਿਹੜਾ ਅਸੀਂ ਇਹਨਾਂ ਨਾਲ ਇਹੋ ਜਿਹਾ ਸਲੂਕ ਕਰੀਏ। ਆਮ ਸੰਗਤ ਹੈ, ਸਧਾਰਨ ਸਾਡੇ ਵਰਗੇ ਲੋਕ ਨੇ, ਦਰਸ਼ਨ ਕਰਨ ਆਏ ਆ, ਆਪਣੇ ਧਰਮ ਦੇ ਨਾਲ ਜੁੜਨ ਆਏ ਨੇ, ਆਪਣੇ ਧਰਮ ਨੂੰ ਦੇਖਣ ਆਏ ਨੇ ਵੀ ਇਹ ਕੀ ਹਾਲ ਹੋਇਆ। ਉਹ ਇਸ ਗੱਲ ਨੂੰ, ਮਾਨਸਿਕਤਾ ਨੂੰ ਸਮਝਦੇ ਸਨ। ਬਹੁਤ ਸਾਰੇ ਅਫਸਰ ਜਦੋਂ ਉਹ ਸਾਰਾ ਕੁਛ ਵਾਪਰ ਚੁੱਕਾ ਸੀਗਾ ਅੰਦਰ ਗਏ ਤਾਂ ਅਕਾਲ ਤਖਤ ਸਾਹਿਬ ਜਿਹੜਾ ਸੀਗਾ ਉਹ ਬਹੁਤ ਖਿੰਡਰਿਆ ਪੁੰਡਰਿਆ ਸੀ। ਇੱਦਾਂ ਹੀ ਨਹੀਂ ਲੱਗ ਰਿਹਾ ਸੀਗਾ ਵੀ ਇੱਕ ਟੁੱਟਿਆ ਫੁੱਟਿਆ ਢਾਂਚਾ ਲੱਗ ਰਿਹਾ ਸੀ, ਬਹੁਤ ਦੁਖੀ ਹੋ ਰਿਹਾ ਸੀ ਸਾਰਾ ਕੁਛ ਅਤੇ ਸੰਗਤਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ। ਇੰਨੇ ਨੂੰ ਕਿਰਪਾਲ ਸਿੰਘ ਆ ਗਿਆ ਕਿ ਕੋਠਾ ਸਾਹਿਬ ਠੀਕ ਠਾਕ ਹੈ, ਉਹ ਪਹਿਲਾਂ ਹੀ ਦੇ ਚੁੱਕਾ ਸੀ। ਇਸ ਤੋਂ ਪਹਿਲਾਂ ਕਿਰਪਾਲ ਸਿੰਘ ਕੌਣ? ਸਿੰਘ ਸਾਹਿਬ ਕਿਰਪਾਲ ਸਿੰਘ ਅਕਾਲ ਤਖਤ ਦੇ ਜਥੇਦਾਰ।
ਉਸ ਵੇਲੇ ਦੇ। ਤਾਂ ਸੰਗਤਾਂ ਉਹਨੂੰ ਘੇਰ ਬੈਠੀਆਂ ਅਤੇ ਕਹਿਣ ਲੱਗੀਆਂ ਵੀ ਆਹ ਚੂੜੀਆਂ ਲੈ ਅਤੇ ਇਹ ਪਾ ਲਾ, ਕਿਉਂਕਿ ਤੂੰ ਜਿਹੜਾ ਸਿੱਖ ਪੰਥ ਦੇ ਨਾਲ ਧੋਖਾ ਕੀਤਾ, ਝੂਠ ਬੋਲਿਆ। ਅਤੇ ਤਾਈ ਵੀ ਜਿਹੜੀ ਸੀ ਉਹਦੇ ਨਾਲ ਤਰਕ ਵਿਤਰਕ ਕਰ ਰਹੀ ਸੀ। ਮੈਂ ਚੁੱਪ ਕਰਕੇ ਦੇਖ ਰਿਹਾ ਸੀ ਸਾਰਾ ਕੁਛ। ਤਾਂ ਕੁਛ ਕੀ ਝੂਠ ਬੋਲਿਆ ਸੀ? ਸੰਗਤਾਂ ਦੇ ਮਨ 'ਚ ਕਾਹਦਾ ਗੁੱਸਾ ਸੀ? ਉਹ ਗੁੱਸਾ ਇਹ ਸੀਗਾ ਕਿ ਸਾਰਾ ਕੁਝ ਠੀਕ ਠਾਕ ਹੈ, ਵੀ ਕੋਠਾ ਸਾਹਿਬ ਠੀਕ ਠਾਕ ਹੈ ਅਤੇ ਮੁਕੰਮਲ ਠੀਕ ਹੈ। ਮਤਲਬ ਕਿ ਅਕਾਲ ਤਖਤ ਦਾ ਜਥੇਦਾਰ ਹੁੰਦਿਆਂ ਉਸ ਦਾ ਇਹ ਝੂਠ ਬੋਲਣਾ ਵੀ ਇਹ ਸਾਰਾ ਕੁਝ ਠੀਕ ਹੀ ਹੈ, ਵੀ ਇੱਥੇ ਕੋਈ ਨੁਕਸਾਨ ਨਹੀਂ ਹੋਇਆ, ਉਹਦੇ ਕਹਿਣ ਦਾ ਮਤਲਬ ਹੈ ਕੋਠਾ ਸਾਹਿਬ ਠੀਕ ਠਾਕ ਹੈ। ਉਹਨੇ ਬਾਅਦ ਵਿੱਚ ਤਾਂ ਬਹੁਤ ਸਾਰੇ ਤਰਕ ਵਿਤਰਕ ਕੀਤੇ ਕਿ ਮੈਂ ਸੰਗਤ ਨੂੰ ਬਚਾਉਣ ਲਈ ਕੀਤਾ ਜਾਂ ਕੁਛ ਕੀਤਾ, ਪਰ ਸੰਗਤ ਇਸ ਗੱਲ ਨੂੰ ਇਸ ਝੂਠ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਕਿ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੀ ਆਸਨ ਦਾ ਪਹਿਰੇਦਾਰ ਹੈ, ਉਹਦੇ ਸਿੰਘਾਸਨ ਦਾ ਪਹਿਰੇਦਾਰ ਹੈ, ਉਸ ਨੂੰ ਝੂਠ ਨਹੀਂ ਬੋਲਣਾ ਚਾਹੀਦਾ। ਜਿਹੜੇ ਸੱਚ ਦੇ ਤਖਤ 'ਤੇ ਝੂਠ ਦੀ ਜਿਹੜੀ ਹੈ ਪਹਿਰੇਦਾਰੀ ਨਹੀਂ ਹੋ ਸਕਦੀ, ਇਹ ਤਾਂ ਕਲੀਅਰ ਹੈ। ਸੰਗਤ ਦੇ ਮਨ ਵਿੱਚ ਵੀ ਇਸ ਗੱਲ ਦਾ ਗੁੱਸਾ ਹੈ, ਔਰ ਤਾਈ ਨੇ ਵੀ ਜਿਹੜਾ ਸੀ ਉਹਨੂੰ ਬਹੁਤ ਸਾਰੀਆਂ ਗੱਲਾਂ ਕਹੀਆਂ ਅਤੇ ਉਹ ਆਪਣਾ ਪਿੱਛਾ ਛਡਾਉਂਦਿਆਂ ਉੱਥੋਂ ਚਲਾ ਗਿਆ। ਆਲੇ ਦੁਆਲੇ ਕਿਤੇ ਕਿਤੇ ਦੇਖਿਆ ਸੀ ਵੀ ਖੂਨ ਦੇ ਵੀ ਤੁਪਕੇ ਸਨ, ਔਰ ਦੂਜੇ ਪਾਸੇ ਜਿਹੜਾ ਸਾਰਾ ਕੁਛ ਸੀਗਾ ਗੁਰੂ ਨਾਨਕ ਨਿਵਾਸ, ਉਹ ਸਾਰਾ ਧੂਏਂ ਦੇ ਨਾਲ ਜਿਹੜਾ ਸੀਗਾ ਉਹ ਕਾਲਾ ਹੋ ਚੁੱਕਾ ਸੀਗਾ, ਔਰ ਖੰਡਰ ਬਣਿਆ ਹੋਇਆ ਸੀਗਾ ਅਤੇ ਉਹ ਸੀਲ ਹੋਇਆ ਹੋਇਆ ਸੀ ਤਾਰਾਂ ਦੇ ਨਾਲ, ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ। ਇਹੋ ਜਿਹਾ ਦ੍ਰਿਸ਼ ਸੀ ਉਹ ਦੇਖਿਆ ਅਤੇ ਮਨ ਬੜਾ ਦੁਖੀ ਹੋਇਆ ਕਿ ਇਹੋ ਜਿਹਾ ਵਾਪਰਨਾ ਨਹੀਂ ਚਾਹੀਦਾ ਸੀ। ਉਸ ਤੋਂ ਬਾਅਦ ਮਨ ਦੇ ਵਿੱਚ ਖਿਆਲ ਆਇਆ ਕਿ ਆਪਣੀ ਵਿਚਾਰਧਾਰਾ ਪੜ੍ਹੀ ਜਾਵੇ, ਆਪਣਾ ਇਤਿਹਾਸ ਪੜ੍ਹਿਆ ਜਾਵੇ, ਤਾਂ ਸਮਝ ਲੱਗੇ ਬਈ ਇਹ ਸਾਰਾ ਕੁਛ ਵਾਪਰਿਆ ਕਿਉਂ ਹੈ, ਸਾਰਾ ਅਧਿਐਨ ਕੀਤਾ ਜਾਵੇ। ਉਸ ਸਮੇਂ ਤੋਂ ਬਾਅਦ ਮੈਂ ਆਪਣੇ ਇਤਿਹਾਸ ਵੱਲ ਔਰ ਸਾਹਿਤ ਵੱਲ ਜੁੜ ਗਿਆ ਕਿ ਮੈਨੂੰ ਇਸ ਬਾਰੇ ਜ਼ਰੂਰ ਖੋਜ ਕਰਨੀ ਚਾਹੀਦੀ ਹੈ, ਸਾਡੀ ਵਿਚਾਰਧਾਰਾ ਕੀ ਹੈ, ਔਰ ਜਿਨ੍ਹਾਂ ਨੇ ਸਾਡੇ ਨਾਲ ਕੀਤਾ ਉਹਨਾਂ ਦੀ ਵਿਚਾਰਧਾਰਾ ਕੀ ਹੈ। ਇਹ ਜਿਹੜੇ ਜਦੋਂ ਇਹ ਸਤਾ ਦੇ ਵਿੱਚ ਆ ਜਾਂਦੇ ਨੇ, ਇਹੋ ਜਿਹਾ ਧਰਮ ਦੇ ਆਧਾਰ 'ਤੇ ਇਹ ਜ਼ਹਿਰਾਂ ਕਿਉਂ ਫੈਲਾਉਂਦੇ ਨੇ? ਇਹ ਧਰਮ ਦੇ ਆਧਾਰ 'ਤੇ ਕਿਸੇ ਵੀ ਕਮਿਊਨਿਟੀ ਨੂੰ ਦਬਾਉਣ ਦੀ ਕਿਉਂ ਕੋਸ਼ਿਸ਼ ਕਰਦੇ ਨੇ, ਜਦ ਕਿ ਭਾਰਤੀ ਸੰਵਿਧਾਨ ਦੇ ਵਿੱਚ ਤਾਂ ਇਹ ਗੱਲਾਂ ਲਿਖੀਆਂ ਨਹੀਂ ਹੋਈਆਂ ਕਿ ਤੁਸੀਂ ਕਿਸੇ ਵੀ ਕਮਿਊਨਿਟੀ ਨੂੰ ਦਬਾਓ। ਉਹ ਕਹਿੰਦੇ ਵੀ ਤੁਸੀਂ ਸਾਰਾ ਇੱਕ ਹੋ, ਔਰ ਘੱਟ ਗਿਣਤੀਆਂ ਨੂੰ ਅਧਿਕਾਰ ਵੀ ਉਹਨਾਂ ਨੇ ਦਿੱਤੇ ਨੇ। ਪਰ ਵੱਡੀ ਗੱਲ ਹੈ ਕਿ ਇਹ ਸੰਵਿਧਾਨ ਦੀ ਉਲੰਘਣਾ ਕਰਦੇ ਨੇ, ਸੰਵਿਧਾਨ ਨੂੰ ਵਾਰ-ਵਾਰ ਉਹਦਾ ਜਿਹੜਾ ਅਪਮਾਨ ਕਰਦੇ ਨੇ। ਵੱਡੀ ਗੱਲ ਇਹ ਹੈ ਕਿਉਂਕਿ ਉਹਨਾਂ ਦੇ ਲਈ ਸੰਵਿਧਾਨ ਤੁੱਛ ਹੈ। ਸੰਵਿਧਾਨ ਦੀ ਸੋਹਾਂ ਚੱਕਣ ਵਾਲੇ ਸੰਵਿਧਾਨ ਦਾ ਅਪਮਾਨ ਕਰਦੇ ਨੇ। ਇਹ ਲਗਾਤਾਰ ਹੁੰਦਾ ਰਿਹਾ, ਨਹਿਰੂ ਤੋਂ ਲੈ ਕੇ ਹੁਣ ਤੱਕ ਹੁੰਦਾ ਆ ਰਿਹਾ। ਔਰ ਤੁਸੀਂ ਬਹੁਤ ਕੁਝ ਲਿਖਿਆ, ਉਸ ਤੋਂ ਬਾਅਦ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ, ਔਰ ਬੜੀਆਂ ਸਟੇਜਾਂ ਦੇ ਉੱਪਰ ਵੀ ਤੁਸੀਂ ਜਾ ਕੇ ਗੱਲ ਕਰਦੇ ਹੈਗੇ। ਤੁਸੀਂ ਕੀ ਅਧਿਐਨ ਕੀਤਾ? ਤੁਹਾਨੂੰ ਕੀ ਲੱਗਦਾ ਪਈ ਭਾਰਤ ਦੀ ਹੁਕੂਮਤ ਨੇ ਇਹ ਸਾਰਾ ਕੁਝ ਕਿਉਂ ਕੀਤਾ? ਇੱਕ ਪਾਸੇ ਸਿੱਖ ਮਹਿਸੂਸ ਕਰਦੇ ਆ ਕਿ ਅਸੀਂ 85% ਤੋਂ ਵੱਧ ਕੁਰਬਾਨੀਆਂ ਕੀਤੀਆਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ, ਔਰ ਉਸੇ ਹੀ ਮੁਲਕ ਦੀ ਹਕੂਮਤ ਜਿਹੜੀ ਹੈਗੀ ਆ ਸਿੱਖਾਂ ਦੇ ਉਸ ਸਥਾਨ ਦੇ ਉੱਪਰ ਹਮਲਾ ਕਰਦੀ ਹੈ। ਕੀ ਤੁਸੀਂ ਮਹਿਸੂਸ ਕੀਤਾ, ਬਾਅਦ ਵਿੱਚ ਸਟੱਡੀ ਕੀਤਾ ਪਈ ਉਹਨਾਂ ਨੇ ਕਿਉਂ ਕੀਤਾ? ਉਹ ਮਨਸ਼ਾ ਕੀ ਸੀ ਉਹਨਾਂ ਦੀ ਇਹਦੇ ਪਿੱਛੇ? ਦੇਖੋ, ਮਨਸ਼ਾ ਉਹਨਾਂ ਦੀ ਸਤਾ ਹੈ। ਜਦੋਂ ਜਿੰਨਾ ਚਿਰ ਤੱਕ ਤੁਸੀਂ ਇਸ ਗੱਲ ਨੂੰ ਨਹੀਂ ਸਮਝਦੇ ਕਿ ਇਹ ਸਭ ਕੁਝ ਕਿਉਂ ਵਾਪਰਦਾ, ਘੱਟ ਗਿਣਤੀਆਂ ਨੂੰ ਦਬਾ ਕੇ ਇਹ ਪੇਸ਼ ਕਰਨਾ ਚਾਹੁੰਦੇ ਨੇ ਕਿ ਘੱਟ ਗਿਣਤੀਆਂ ਤੁਹਾਡੇ ਵਿਰੁੱਧ ਨੇ, ਔਰ ਜਿੰਨਾ ਚਿਰ ਇਹਨਾਂ ਨੂੰ ਦਬਾਇਆ ਨਾ ਜਾਵੇ ਦੇਸ਼ ਵਿੱਚ ਸ਼ਾਂਤੀ ਨਹੀਂ ਰਹਿ ਸਕਦੀ। ਇਸੇ ਕਰਕੇ ਦਬਾਇਆ ਜਾਂਦਾ ਉਹਨਾਂ। ਹੁਣ ਜੇਕਰ ਘੱਟ ਗਿਣਤੀਆਂ ਦਬੇ ਕੁਚਲੇ ਲੋਕਾਂ ਨਾਲ ਸਾਂਝ ਪਾਉਣ, ਇੱਕਜੁੱਟ ਢਾਂਚਾ ਬਣੇ, ਤਾਂ ਭਾਰਤ ਦਾ ਮਾਹੌਲ ਹੀ ਬਦਲ ਸਕਦਾ ਹੈ। ਪਰ ਉਹ ਇਸ ਗੱਲ ਦੀ ਪਰਵਾਹ ਕਿਉਂ ਨਹੀਂ ਕਰਦੇ ਹੈਗੇ ਕਿ ਅਸੀਂ ਹਕੂਮਤਾਂ, ਕੇਂਦਰ ਸਰਕਾਰ ਕਹਿ ਲਓ ਵੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ, ਉਹ ਇਸ ਗੱਲ ਦੀ ਪਰਵਾਹ ਕਿਉਂ ਨਹੀਂ ਕਰਦੇ ਹੈਗੇ ਵੀ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨ ਨੂੰ ਅਸੀਂ ਢਹਿ ਢੇਰੀ ਕਰਨ ਜਾ ਰਹੇ ਹਾਂ, ਵੀ ਉਹਦੇ ਨਤੀਜੇ ਕੀ ਨਿਕਲਣਗੇ? ਉਹ ਇੱਦਾਂ ਦੀ ਪਰਵਾਹ ਵੀ ਕਿਉਂ ਨਹੀਂ ਕਰਦੇ ਹੈਗੇ? ਵੋਟਾਂ ਨਹੀਂ ਲੈਣੀਆਂ ਉਹਨਾਂ ਨੇ? ਨਹੀਂ, ਵੋਟਾਂ ਦਾ ਨਹੀਂ ਸਵਾਲ ਹੈ ਇਹਦੇ ਵਿੱਚ। ਸੁਰੱਖਿਅਤ ਤੁਹਾਡੀ ਰਾਜਗੱਦੀ ਕਿਵੇਂ ਸੁਰੱਖਿਅਤ ਰਹਿੰਦੀ ਹੈ? ਜੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਜੇ ਦਿੱਲੀ ਸਿੱਖ ਕਤਲੇਆਮ ਹੋਇਆ, ਉਹਦੇ ਨਾਲ ਕਾਂਗਰਸ ਦਾ ਜਿਹੜਾ ਤਖਤ ਹੈ ਉਹ ਜਿਹੜਾ ਮਜ਼ਬੂਤ ਹੋਇਆ, ਔਰ ਉਹਨਾਂ ਦਾ ਵੋਟ ਬੈਂਕ ਵੀ ਵਧਿਆ। ਉਹਨਾਂ ਨਹਿਰੂ ਨੇ ਉਨੀਆਂ ਵੋਟਾਂ ਨਹੀਂ ਲਈਆਂ ਹੋਣਗੀਆਂ ਜਿੰਨੀਆਂ ਇੰਦਰਾ ਗਾਂਧੀ ਤੋਂ ਬਾਅਦ ਰਾਜੀਵ ਗਾਂਧੀ ਨੇ ਲੈ ਲਈਆਂ, ਔਰ ਲਗਾਤਾਰ ਇਹ ਗੱਲਾਂ ਚੱਲੀਆਂ। ਹੁਣ ਤਾਂ ਘੱਟ ਗਿਣਤੀਆਂ ਨੂੰ ਦਬਾ ਕੇ ਉਹਨਾਂ ਨੂੰ ਜਿਹੜਾ ਹਿੰਦੂ ਵੋਟ ਬੈਂਕ ਜਿਹੜਾ ਉਹ ਪ੍ਰਾਪਤ ਹੋਇਆ, ਅਤੇ ਹਿੰਦੂ ਸਾਈਕੀ
ਨੇ ਇਸ ਗੱਲ ਨੂੰ ਸਮਝਿਆ ਨਹੀਂ ਕਿ ਵੀ ਇਹ ਸਭ ਕੁਝ ਕਿਉਂ ਵਾਪਰਿਆ। ਹਾਲੇ ਇਹ ਸਾਰਾ ਜਿੰਨਾ ਵੀ ਇਹ ਸਭ ਕੁਝ ਖੇਡ ਖੇਡੀ ਗਈ ਹੈ, ਸਿਆਸੀ ਖੇਡ ਖੇਡੀ ਗਈ ਹੈ, ਇਹ ਭਾਰਤੀ ਸੰਵਿਧਾਨ ਦੇ ਵਿਰੋਧੀ ਹੈ। ਔਰ ਜਿਹੜੇ ਭਾਰਤੀ ਸੰਵਿਧਾਨ ਦੀਆਂ ਸੂਹਾਂ ਖਾ ਕੇ ਆਉਂਦੇ ਨੇ, ਜੇ ਉਹ ਭਾਰਤੀ ਸੰਵਿਧਾਨ ਦੀ ਰੱਖਿਅਕ ਨਹੀਂ ਬਣਦੇ, ਉਹਨਾਂ ਉਸ ਦੇ ਅਨੁਸਾਰ ਆਪਣਾ ਐਕਟ ਨਹੀਂ ਕਰਦੇ, ਤਾਂ ਉਸ ਦੇ ਲਈ ਘੱਟ ਗਿਣਤੀਆਂ ਜ਼ਿੰਮੇਵਾਰ ਨਹੀਂ, ਉਸ ਦੇ ਲਈ ਇਹੀ ਲੋਕ ਜ਼ਿੰਮੇਵਾਰ ਨੇ। ਉਹ ਇਹ ਦਲੀਲ ਦਿੰਦੇ ਆ ਕਿ ਸੰਤ ਭਿੰਡਰਾਂ ਵਾਲੇ ਤੇ ਉਹਨਾਂ ਦੇ ਹੋਰ ਸਾਥੀ ਅੱਤਵਾਦੀ ਸੀਗੇ, ਤੇ ਕਹਿੰਦੇ ਉਹ ਉੱਥੋਂ ਲੋਕਾਂ ਨੂੰ ਭੇਜਦੇ ਸੀ ਕਿ ਤੁਸੀਂ ਲੋਕਾਂ ਦੇ ਕਤਲ ਕਰਕੇ ਆਓ। ਇਹ ਕਹਿੰਦੇ ਅਸੀਂ ਉਹਨਾਂ ਨੂੰ ਕਾਬੂ ਕਰਨ ਵਾਸਤੇ ਸਾਡੇ ਲਈ ਇਹ ਕਰਨਾ ਜ਼ਰੂਰੀ ਹੋ ਗਿਆ ਸੀਗਾ। ਉਹ ਇਹ ਦਲੀਲ ਦਿੰਦੇ ਆ। ਦੇਖੋ, ਗੱਲਾਂ ਦੋ ਹੈ। ਭਿੰਡਰਾਂ ਵਾਲੇ ਆਪਣੇ ਉੱਥੇ ਡੇਰੇ ਦੇ ਵਿੱਚ ਜਿਹੜੇ ਬੈਠੇ ਸਨ, ਮਹਿਤਾ ਚੌਂਕ ਬੈਠੇ ਸਨ, ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਸਿਆਸੀ ਲੋਕਾਂ ਨਾਲ ਕੋਈ ਸੰਬੰਧ ਨਹੀਂ ਸੀਗਾ। ਇਹ ਤਾਂ ਪਹਿਲਾਂ ਹੀ ਗੱਲਾਂ। ਤੇ ਰਾਜੀਵ ਗਾਂਧੀ ਦਾ ਜਿਹੜਾ ਸੰਜੇ ਗਾਂਧੀ ਜਾਂ ਰਾਜੀਵ ਗਾਂਧੀ ਕੋਈ ਵੀ ਆਇਆ, ਤੇ ਰਾਜੀਵ ਗਾਂਧੀ ਆਇਆ, ਰਾਜੀਵ ਗਾਂਧੀ ਨੇ ਇਹ ਗੱਲ ਕਹੀ ਕਿ ਸੰਤ ਜਿਹੜਾ ਜਰਨੈਲ ਸਿੰਘ ਹੈ ਉਹ ਸੰਤ ਇੱਕ ਸੱਚੀ ਮੁੱਚੀ ਦਾ ਸੰਤ ਹੈ। ਉਹਨੇ ਇਹ ਗੱਲ ਕਿਉਂ ਕਹੀ ਗਈ? ਤੇ ਜੇ ਕਾਰਵਾਈ ਤਾਂ ਉਹਦੇ ਵੀ ਹੋਣੀ ਚਾਹੀਦੀ ਹੈ। ਕਿਉਂ ਸਮਰਥਨ ਕਿਉਂ ਕਰ ਰਿਹਾ ਸੰਤ ਜਰਨੈਲ ਸਿੰਘ ਦਾ? ਤੇ ਬਹੁਤ ਸਾਰੇ ਇਹੋ ਜਿਹੇ ਸੁਬਰਾਮਨੀਅਮ ਸਵਾਮੀ ਆਏ ਨੇ, ਹੋਰ ਵੀ ਬਹੁਤ ਸਾਰੇ ਆਏ ਨੇ, ਆਈ ਕੇ ਗੁਜਰਾਲ ਵੀ ਮਿਲਿਆ, ਬਹੁਤ ਸਾਰੇ ਲੋਕ ਮਿਲੇ ਨੇ, ਉਹਨਾਂ ਸਾਰਿਆਂ ਨੇ ਸਿਫਤਾਂ ਕੀਤੀਆਂ ਇਸ ਗੱਲ ਦੀਆਂ। ਨੁਕਸ ਕਿੱਥੇ ਹੈ? ਨੁਕਸ ਇਸ ਗੱਲ 'ਤੇ ਹੈ ਕਿ ਤੁਸੀਂ ਉਹਨੂੰ ਪ੍ਰਵੋਕ ਕੀਤਾ। ਉਹ ਜਿਹੜੇ ਨੇ ਧਾਰਮਿਕ ਭਾਵਨਾਵਾਂ ਦੇ ਜਿਹੜਾ ਹਮਲਾ ਹੈ ਉਹ ਸਹਿ ਨਹੀਂ ਸਕੇ। ਉਹਨਾਂ ਨੂੰ ਜੋ ਐਕਟ ਜੋ ਉਸ ਸਮੇਂ ਉਹਨਾਂ ਨੂੰ ਠੀਕ ਲੱਗਾ ਉਹਨਾਂ ਨੇ ਕੀਤਾ। ਇਤਿਹਾਸ ਪ੍ਰੋਫੈਸਰ, ਇੱਕ ਹੋਰ ਚੀਜ਼ ਮੈਂ ਤੁਹਾਡੇ ਕੋਲ ਜਾਣਨੀ ਚਾਹੁੰਦਾ, ਜਿਹੜੀ ਕਿ ਬਹੁਤ ਘੱਟ ਹੁੰਦੀ ਹੈਗੀ। ਮੈਂ ਬਹੁਤ ਸੱਜਣਾਂ ਨੂੰ ਇੰਟਰਵਿਊ ਕਰਦਾ ਹੈਗਾ, ਜਿਹੜੀ ਅੱਜ ਦੀ ਜਵਾਨੀ ਹੈਗੀ ਆ ਉਹ ਇਹ ਜਾਣਨਾ ਚਾਹੁੰਦੀ ਆ। ਮੈਂ ਰਸਤੇ ਵਿੱਚ ਵੀ ਆ ਰਿਹਾ ਸੀ, ਮੇਰਾ ਸਾਥੀ ਨੌਜਵਾਨ ਗੱਲ ਕਰ ਰਿਹਾ ਸੀਗਾ ਕਿ ਇਹ ਗੱਲ ਬਹੁਤ ਘੱਟ ਸੁਣਨ ਨੂੰ ਮਿਲਦੀ ਆ ਵੀ ਹਮਲਾ ਹੋਇਆ ਕਿਉਂ। ਵੀ ਅੱਜ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹ ਇਹ ਕਹਿੰਦੇ ਆ ਵੀ ਉਸ ਵੇਲੇ ਦੀ ਕੇਂਦਰ ਸਰਕਾਰ ਨੇ, ਕਾਂਗਰਸ ਪਾਰਟੀ ਨੇ, ਬੀਜੇਪੀ ਵੀ ਨਾਲ ਰਲ ਗਈ ਸੀ, ਬਾਦਲ ਕੇ ਵੀ ਨਾਲ ਰਲ ਗਏ ਸੀਗੇ, ਵੀ ਉਹਨਾਂ ਨੇ ਸਾਡੇ ਮੁਕੱਦਸ ਸਥਾਨ ਨੂੰ ਢਹਿ ਢੇਰੀ ਕਰ ਦਿੱਤਾ। ਪਰ ਕਿਉਂ ਕਰ ਦਿੱਤਾ? ਭਈ ਇੱਧਰਲੇ ਪਾਸਿਓਂ ਸਿੱਖ ਮੰਗਾਂ ਜਾਂ ਸਿੱਖ ਕੀ ਚਾਹੁੰਦੇ ਸੀਗੇ, ਕੀ ਡਿਮਾਂਡ ਕਰਦੇ ਸੀਗੇ, ਜਿਹੜੀ ਉਹਨਾਂ ਨੂੰ ਹਜਮ ਨਹੀਂ ਸੀ ਹੁੰਦੀ, ਤੇ ਉਹਨਾਂ ਨੇ ਇਹ ਸਾਰਾ ਕੁਛ ਕੀਤਾ। ਵਜ੍ਹਾ ਕੀ ਸੀ? ਦੇਖੋ, ਜਿਹੜੀ ਵਜ੍ਹਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਸਕਿਆ ਵੀ ਘੱਟ ਗਿਣਤੀਆਂ ਨੂੰ ਦਬਾ ਕੇ ਜੇਕਰ ਉਹਨਾਂ ਦੀ ਸਦਾ ਸੁਰੱਖਿਆ ਰਹਿੰਦੀ ਹੈ ਤਾਂ ਉਹ ਇਹ ਕਰਨਗੇ ਹੀ। ਪਰ ਕੋਈ ਬਹਾਨਾ ਤਾਂ ਹੁੰਦਾ ਹੀ ਹੈ ਨਾ, ਇੱਧਰੋਂ ਕੋਈ ਡਿਮਾਂਡ ਰੱਖੀ ਗਈ ਹੋਊਗੀ ਕੇਂਦਰ ਸਰਕਾਰ ਦੇ ਮੂਹਰੇ ਸੰਤ ਭਿੰਡਰਾਂ ਵਾਲਿਆਂ ਵੱਲੋਂ, ਜਾਂ ਉਹ ਵੀ ਡਿਮਾਂਡਾਂ ਦੱਸ ਰਿਹਾ। 4-5 ਮੀਟਿੰਗਾਂ ਹੁੰਦੀਆਂ ਅਕਾਲੀ ਦਲ ਨਾਲ। ਕਿਸੇ ਵੀ ਮੀਟਿੰਗ 'ਤੇ ਅਕਾਲੀ ਦਲ ਸਟੈਂਡ ਕਰਦਾ, ਇਹ ਸਾਰੀਆਂ ਮੀਟਿੰਗਾਂ ਤੋਂ ਭੱਜਦੇ ਨੇ। ਜੇ ਲੌਂਗੋਵਾਲ ਦਾ ਮਤਾ ਆਉਂਦਾ ਉਹ ਵੀ ਪੂਰਾ ਨਹੀਂ ਨਿਭਾਇਆ ਜਾਂਦਾ, ਭਾਵੇਂ ਉਹ ਲੰਗੜਾ ਲੂਲਾ ਸਮਝੌਤਾ। ਪਰ ਗਲਤੀ ਜਿਹੜੀ ਆ ਉਹ ਸਟੇਟ ਵੱਲੋਂ ਹੁੰਦੀ ਹੈ, ਕਾਂਗਰਸ ਵੱਲੋਂ ਹੁੰਦੀ ਹੈ। ਰਾਜੀਵ ਗਾਂਧੀ ਉਸ ਨੂੰ ਵੀ ਨਹੀਂ ਨਿਭਾਉਂਦਾ, ਅੱਗੋਂ ਦੀ ਸਰਕਾਰ ਜਿਹੜੀ ਆ ਉਹ ਵੀ ਨਹੀਂ ਨਿਭਾਉਂਦੀ। ਔਰ ਕਿਤੇ ਵੀ ਇਹ ਖੜਦੇ ਨਹੀਂ ਗੇ ਵੀ ਉਹਨਾਂ ਨੂੰ ਪੰਜਾਬ ਦੇ ਦਰਿਆਈ ਪਾਣੀ ਵੀ ਖੋਈ ਜਾਂਦੇ ਨੇ। ਹਾਲੇ ਜੇਕਰ ਅਸੀਂ ਦੇਖਿਆ ਜਾਵੇ ਇੰਟਰਨੈਸ਼ਨਲ ਕਾਨੂੰਨ ਰਿਪੇਰੀਅਨ ਦੇ ਅਨੁਸਾਰ, ਉੱਤੇ ਪੰਜਾਬ ਦੇ ਵਿੱਚੋਂ ਜਿਹੜੇ ਦਰਿਆ ਲੰਘਦੇ ਨੇ ਉਹਨਾਂ 'ਤੇ ਹੱਕ ਰਾਜਸਥਾਨ ਦਾ, ਦਿੱਲੀ ਦਾ ਤੇ ਹਰਿਆਣੇ ਦਾ ਬਣਦਾ ਨਹੀਂ, ਉੱਤੇ ਹੱਕ ਵੀ ਪੰਜਾਬ ਦਾ। ਪਰ ਉਹਦੇ ਬਾਵਜੂਦ ਸਾਡੇ ਡੈਮ, ਸਾਡੀ ਰਾਜਧਾਨੀ, ਸਭ ਕੁਝ ਸਾਡਾ ਖੋਇਆ ਜਾਂਦਾ। ਔਰ ਇਹ ਕਿਉਂ ਪੰਜਾਬ ਦੇ ਨਾਲ ਕੀਤਾ ਜਾਂਦਾ? ਇਹ ਇੱਕ ਕੁਐਸਚਨ ਮਾਰਕ ਹੈ। ਉਹ ਇਸੇ ਲਈ ਕੀਤਾ ਜਾਂਦਾ ਹੈ ਤਾਂ ਜੋ ਆਪਣੀ ਸਤਾ ਜਿਹੜੀ ਬਰਕਰਾਰ ਰੱਖੀ ਜਾ ਸਕੇ। ਉਹ ਭਾਰਤ ਦੇ ਉਹ ਮਸਲੇ ਹੱਲ ਨਹੀਂ ਕਰਨਾ ਚਾਹੁੰਦੇ ਜਿਹੜੇ ਬੇਰੁਜ਼ਗਾਰੀ ਦੇ ਮਸਲੇ ਨੇ, ਜਿਹੜੇ ਲੋਕਾਂ ਦੇ ਮਸਲੇ ਨੇ, ਕਿਸਾਨੀ ਦਾ ਮਸਲਾ ਹੈ। ਉਹ ਧਨਾਡਾਂ ਦੀ ਸਿਆਸਤ ਖੇਡ ਰਹੇ ਨੇ, ਜਿਹੜੀ ਅਡਾਨੀ ਅਬਾਨੀ ਦੀ ਸਿਆਸਤ ਹੈ, ਜਿਹੜੀ ਬਿਰਲੇ ਦੀ ਸਿਆਸਤ ਹੈ, ਜਿਹੜੀ ਟਾਟਾ ਦੀ ਸਿਆਸਤ ਹੈ। ਉਹਨਾਂ ਦੀ ਆਮ ਲੋਕਾਂ ਨਾਲ ਕੋਈ ਮਤਲਬ ਨਹੀਂ। ਚਾਹੇ ਅੱਜ ਤੁਸੀਂ ਦੇਖ ਲਓ ਕਰੋਨਾ ਯੁੱਗ ਹੈ, ਕਰੋਨਾ ਯੁੱਗ ਦੇ ਦੌਰਾਨ ਕਿੰਨੇ ਜਿਹੜੇ ਨੇ ਮਜ਼ਦੂਰ ਹੈ ਉਹ ਆਪਣੇ ਪਿੰਡਾਂ ਵੱਲ ਜਾ ਰਹੇ ਨੇ, ਉਜੜ ਕੇ ਜਾ ਰਹੇ ਨੇ। ਉਹਨਾਂ ਲਈ ਕੋਈ ਜਿਹੜਾ ਬਹੁਤਾ ਪ੍ਰਬੰਧ ਨਹੀਂ ਕੀਤਾ ਗਿਆ। ਰੋਟੀ ਰੋਜ਼ੀ ਕੌਣ ਦੇ ਰਿਹਾ? ਸਿੱਖ ਦੇ ਰਹੇ ਨੇ। ਜਿੱਥੇ ਖੜਦੇ ਨੇ ਉੱਥੇ ਸਿੱਖ ਖੜਦੇ ਨੇ। ਹੁਣ ਅਸੀਂ ਇਹਨਾਂ ਗੱਲਾਂ ਤੋਂ ਪੂਰੇ ਵਰਲਡ ਦੇ ਵਿੱਚ ਦੇਖੀਏ ਕਿ ਸਿੱਖਾਂ ਨੇ ਇੱਕ ਕਮਾਈ ਕੀਤੀ ਹੈ, ਗੁਰੂ ਦੇ ਹੁਕਮ ਤਹਿਤ ਕੀਤੀ ਹੈ, ਵੀ ਸੇਵਾ ਕਰਕੇ ਉਹਨਾਂ ਨੇ ਮਨੁੱਖਤਾ ਨੂੰ ਜਿੱਤਿਆ। ਉਹਨਾਂ ਦੇ ਲਈ ਕੋਈ ਗੋਰਾ ਨਹੀਂ, ਕੋਈ ਕਾਲਾ ਨਹੀਂ, ਡੁਬਈ ਦਾ ਮੁਸਲਮਾਨ ਨਹੀਂ, ਕੋਈ ਹਰੇਕ ਥਾਂ 'ਤੇ ਉਹਨਾਂ ਨੇ ਗੁਰੂ ਦੇ ਅਨੁਸਾਰ ਐਕਟ ਕੀਤਾ। ਐਂ ਲੱਗਦਾ ਹੈ ਕਿ ਜਿਵੇਂ ਗੁਰੂ ਉਹਨਾਂ ਦੇ ਅੰਦਰ ਪ੍ਰਗਟ ਹੋ ਗਏ ਨੇ, ਗੁਰੂ ਦਾ ਹੁਕਮ ਉਹਨਾਂ ਦੇ ਅੰਦਰ ਵਰਤ ਰਿਹਾ। ਉਹ ਕਹਿੰਦੇ ਭਾਈ ਸਿੱਖਾ, ਤੇਰਾ ਕਰਮ ਇਹ ਹੈ ਕਿ ਤੂੰ ਬਿਨਾਂ ਜਾਤ ਦੇਖਿਆ, ਬਿਨਾਂ ਕੁਛ ਦੇਖਿਆ ਇਹਨਾਂ ਦੀ ਮਦਦ ਕਰਨੀ। ਸਿੱਖ ਜਿੰਨਾ ਜੋਗਾ ਉਹ ਮਦਦ ਕਰਦਾ। ਇੱਕ ਸਰਕਾਰ ਦੇ ਬਰਾਬਰ ਇੱਕ ਗੁਰੂ ਦੀ ਸਰਕਾਰ ਜਿਹੜੀ ਖੜ ਰਹੀ ਹੈ, ਇਹਨਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਰਹੀ ਹੈ, ਇਹਨਾਂ ਦੀ ਸੇਵਾ ਦੇ ਲਈ ਪ੍ਰਬੰਧ ਕਰ ਰਹੀ ਹੈ, ਜਿਹਨੂੰ ਅਸੀਂ ਸੱਚੀ ਪਾਤਸ਼ਾਹੀ ਕਹਿੰਦੇ ਹਾਂ। ਸੱਚੀ ਪਾਤਸ਼ਾਹੀ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ।
ਉਹ ਸਾਰਾ ਕੁਝ ਵਰਤਾ ਹੋ ਰਿਹਾ ਹੈ। ਤੇ ਇਹ ਇੱਕ ਤਰ੍ਹਾਂ ਦੀ ਇਹ ਗੱਲ ਹੈ ਕਿ ਸਿੱਖ ਕਿਸੇ ਵੀ ਤਰ੍ਹਾਂ ਦਾ ਧੋਖੇਬਾਜ਼, ਕਿਸੇ ਤਰ੍ਹਾਂ ਦਾ ਮਨੁੱਖਤਾ ਵਿਰੋਧੀ ਨਹੀਂ ਹੈ, ਕਿਸੇ ਵੀ ਤਰ੍ਹਾਂ ਦਾ ਉਹ ਦੇਸ਼ ਵਿਰੋਧੀ ਨਹੀਂ ਹੈ, ਕਿਸੇ ਤਰ੍ਹਾਂ ਦਾ ਉਹ ਆਪਣੇ ਧਰਤੀ ਦਾ ਕਾਤਲ ਨਹੀਂ ਹੈ। ਇਸ ਦੇ ਬਾਵਜੂਦ ਉਸ ਨੂੰ ਬਦਨਾਮ ਕੀਤਾ ਜਾਂਦਾ ਔਰ ਸਾਰੀਆਂ ਸਰਕਾਰਾਂ, ਵਿਸ਼ਵ ਦੀਆਂ ਸਰਕਾਰਾਂ ਉਹਦੀਆਂ ਤਾਰੀਫ ਕਰ ਰਹੀਆਂ ਨੇ। ਪਰ ਉਹਦੇ ਇਹ ਇਦਾਂ ਦੀ ਵੀ ਵਜ੍ਹਾ ਬਣ ਗਈ ਹੋਊਗੀ ਲੱਗਦਾ ਪਈ, ਜਿੱਦਾਂ ਗੁਰੂ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਨੇ ਤਖਤ ਦੇ ਬਰਾਬਰ ਇੱਕ ਤਖਤ ਦੀ ਸਿਰਜਣਾ ਕੀਤੀ ਹੈ ਨਾ ਜੀ, ਅਕਾਲ ਤਖਤ ਸਿਰਜਿਆ ਉਹਦੇ ਬਰਾਬਰ। ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਾਂ ਜਿਹੜੀ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਹੈਗੀ ਆ, ਕਿਤੇ ਕੇਂਦਰ ਸਰਕਾਰ ਨੂੰ ਐਵੇਂ ਲੱਗਦਾ ਹੋਵੇ ਕਿ ਲੋਕ ਆਪਣੇ ਮਸਲੇ ਲੈ ਕੇ ਤਾਂ ਉੱਥੇ ਜਾਣ ਲੱਗ ਪਏ ਸੰਤ ਭਿੰਡਰਾਂਵਾਲਿਆਂ ਦੇ ਕੋਲ, ਸਰਕਾਰ ਦੇ ਬਰਾਬਰ ਇੱਕ ਪੈਰਲਲ ਸਰਕਾਰ ਚੱਲਣ ਲੱਗ ਪਈ। ਜਾਂ ਜਿਹੜੇ ਉਹ ਆਪਣੀ ਹੱਕੀ ਮੰਗਾਂ ਦੀ ਗੱਲ ਕਰਦੇ, ਜਦੋਂ ਤੁਸੀਂ ਦਰਿਆਈ ਪਾਣੀਆਂ ਦੀ ਗੱਲ ਕੀਤੀ ਹੈ, ਪਾਣੀਆਂ ਦੀ ਗੱਲ ਕਰਦੇ ਸੀਗੇ ਹੋ ਕਿ ਉਹਨਾਂ ਨੂੰ ਐਵੇਂ ਲੱਗਾ ਹੋਵੇ ਕਿ ਇਹ ਆਪਣੇ ਹੱਕਾਂ ਵਾਸਤੇ ਲੋਕਾਂ ਨੂੰ ਜਾਗਰੂਕ ਕਰਦੇ ਪਏ ਔਰ ਸਰਕਾਰ ਦੇ ਬਰਾਬਰ ਪੈਰਲਲ ਇੱਕ ਸਰਕਾਰ ਖੜੀ ਹੋਣ ਲੱਗ ਪਈ ਆ। ਇਹ ਵੀ ਕੋਈ ਵਜ੍ਹਾ ਬਣੀ ਹੋਊਗੀ ਵੀ ਕਿਤੇ ਇਹਨਾਂ ਦਾ ਆਧਾਰ ਨਾ ਬਣ ਜਾਵੇ ਲੋਕਾਂ ਦੇ ਵਿੱਚ, ਔਰ ਇਸ ਕਰਕੇ ਕੀਤਾ ਗਿਆ ਹੋਵੇ ਸਾਰਾ ਕੁਛ, ਔਰ ਬਦਨਾਮ ਵੀ ਕੀਤਾ ਉਹਨਾਂ ਨੂੰ। ਦੇਖੋ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਮਸਲਾ, ਉਹ ਸਟੇਟ ਦੇ ਵਿਰੁੱਧ ਸਟੇਟ ਸਿਰਜਣੀ ਨਹੀਂ ਸੀਗੀ, ਉਹ ਸੱਚੇ ਪਾਤਸ਼ਾਹੀ ਦਾ ਤਖਤ ਹੈ। ਜਦੋਂ ਅਕਾਲ ਤਖਤ ਦੀ ਗੱਲ ਕਰਦੇ ਹਾਂ, ਉਹ ਸੱਚੇ ਪਾਤਸ਼ਾਹੀ ਦਾ ਤਖਤ ਹੈ ਕਿ ਇੱਥੇ ਜਿਹੜੇ ਨੇ ਸਿੱਖ ਧਰਮ ਨੂੰ ਇਹੋ ਜਿਹੀ ਅਸੀਂ ਰਾਜਨੀਤੀ ਸਿਖਾਉਣੀ ਹੈ ਜਿਹੜੀ ਮਨੁੱਖਤਾ ਦੇ ਹਿੱਤ ਵਿੱਚ ਹੋਵੇ। ਉਹਦਾ ਕਰਮ ਇੰਨਾ ਹੀ ਸੀਗਾ। ਉਹ ਜੇਕਰ ਜਹਾਂਗੀਰ ਦੇ ਉਹਨਾਂ ਗ੍ਰਿਫਤਾਰੀ ਵੀ ਕੀਤੀ ਹੈ, ਉਸ ਤੋਂ ਬਾਅਦ ਉਹ ਜਿਹੜੀ ਹੈ ਇੱਕ ਤਰ੍ਹਾਂ ਦਾ ਇੱਕ ਸਿਧਾਂਤਕ ਤੌਰ 'ਤੇ ਉਹ ਏਕਤਾ ਵੀ ਹੁੰਦੀ ਹੈ ਕਿ ਜਹਾਂਗੀਰ ਨੂੰ ਅਹਿਸਾਸ ਵੀ ਹੁੰਦਾ ਕਿ ਨਹੀਂ ਬਈ ਇਹ ਗੁਰੂ ਜਿਹੜਾ ਹੈ ਉਹ ਸੱਚਾ ਪਾਤਸ਼ਾਹ ਹੈ, ਇਹ ਲੋਕਾਂ ਦੇ ਵਿੱਚ ਸਹੀ ਪ੍ਰਚਾਰ ਕਰ ਰਿਹਾ। ਉਸੇ ਤਰ੍ਹਾਂ ਜਿਹੜੀ ਗੱਲ ਹੈ ਕਿ ਜਿਹੜੀ ਜੂਨ 84 ਦੀ ਹੁੰਦੀ ਹੈ, ਉਹਦੇ ਵਿੱਚ ਇਹ ਘਟਨਾ ਨਹੀਂ ਹੈ। ਉਹਦੇ 'ਚ ਇਹ ਘਟਨਾ ਇਹ ਹੈ ਕਿ ਪਹਿਲਾਂ ਜਿਹੜਾ ਹੈ ਆਪਣਾ ਘੱਟ ਗਿਣਤੀਆਂ ਨੂੰ ਕਿਵੇਂ ਆਪਣੇ ਅੰਤਰਗਤ ਲਿਆਂਦਾ ਜਾਵੇ, ਕਿਵੇਂ ਉਹਨਾਂ ਦੀਆਂ ਮੰਗਾਂ ਨਾਲ ਖਿਲਵਾੜ ਕੀਤਾ ਜਾਵੇ, ਕਿੰਨਾ ਉਹਦੇ ਹੱਕਾਂ ਦੇ ਨਾਲ ਜਿਹੜਾ ਹੈ ਉਹਨਾਂ ਦੇ ਹੱਕ ਕੁਚਲੇ ਜਾਣ। ਮਸਲਾ ਇੰਨਾ ਸੀ, ਹੱਕ ਕੁਚਲਣ ਦਾ ਮਸਲਾ ਸੀ। ਉਹਨਾਂ ਹੱਕਾਂ ਦੇ ਤਹਿਤ ਜਿੰਨਾ ਉਹ ਇਹਨਾਂ ਨੂੰ ਦਬਾਉਂਦੇ, ਉਨੀ ਹੀ ਉਹਨਾਂ ਦਾ ਵੋਟ ਬੈਂਕ ਵੱਧਦਾ ਹੈ ਅਤੇ ਉਹੀ ਉਹਨਾਂ ਨੂੰ ਸੱਤਾ ਦਿੰਦਾ ਹੈ। ਸੱਤਾ ਜਿਹੜੀ ਹੈ ਇਹਨਾਂ ਲੋਕਾਂ ਲਈ ਜ਼ਰੂਰੀ ਹੈ। ਹੁਣ ਦੰਗੇ ਕਰਾਉਣ ਵਾਲੇ ਵੀ ਸਿਆਸੀ ਲੋਕ ਹੁੰਦੇ ਨੇ ਔਰ ਦੂਜੇ ਲੋਕ ਨਹੀਂ ਹੁੰਦੇ। ਆਮ ਜਿਹੜਾ ਸਿੱਖ ਹੈ ਉਹ ਹਿੰਦੂ ਨਾਲ ਲੜਨ ਨੂੰ ਤਿਆਰ ਨਹੀਂ ਹੈ। ਇਹ ਬਣਿਆ ਕਿ ਉਹਨਾਂ ਨੇ ਉਹ ਘੱਟ ਗਿਣਤੀਆਂ ਨੂੰ ਦਬਾ ਕੇ ਤੇ ਆਪਣਾ ਵੋਟ ਬੈਂਕ ਮਜ਼ਬੂਤ ਕਰਨਾ ਸੀ, ਜਿਹੜਾ ਕਿ ਹੋਇਆ ਵੀ ਹੈ ਨਾ। ਤੇ ਅਸੀਂ ਇਹ ਕਹੀਏ ਵੀ ਹਿੰਦੂ ਸਾਡਾ ਵਿਰੋਧੀ ਹੈ ਜਾਂ ਮੁਸਲਮਾਨ ਸਾਡਾ ਵਿਰੋਧੀ, ਸਾਡੀ ਕਿਸੇ ਵੀ ਧਰਮ ਦੇ ਨਾਲ ਵਿਰੋਧ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਇਹ ਕਹਿੰਦੀ ਹੈ। ਤਾਂ ਸਿੱਖ ਕਦੇ ਸੋਚ ਹੀ ਨਹੀਂ ਸਕਦਾ ਕਿ ਹਿੰਦੂ ਸਾਡਾ ਵਿਰੋਧੀ ਹੋਏਗਾ, ਮੁਸਲਮਾਨ ਵਿਰੋਧੀ ਸਾਡਾ ਹੋਏਗਾ ਜਾਂ ਦਲਿਤ ਸਾਡਾ ਵਿਰੋਧੀ ਹੈ। ਉਹ ਸਾਰਿਆਂ ਨੂੰ ਆਪਣਾ ਭਾਈਚਾਰਾ ਸਮਝਦਾ ਹੈ। ਤੁਸੀਂ ਦੇਖੋ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਜਿਹੜਾ ਸਿੱਖਾਂ ਦਾ ਸੈਨਾਪਤੀ ਸੀ, ਖਾਲਸਾ ਰਾਜ ਦਾ ਸੈਨਾਪਤੀ ਸੀ, ਉਹ ਦੀਵਾਨ ਮੋਹਕਮ ਚੰਦ ਸੀ। ਔਰ ਸਿੱਖ ਰਾਜ ਦਾ ਸਭ ਤੋਂ ਵੱਡਾ ਅਰਥ ਸ਼ਾਸਤਰੀ ਜਿਹੜਾ ਸੀ, ਉਹ ਦੀਵਾਨ ਮੂਲ ਰਾਜ ਸੀ। ਅਤੇ ਦੋਵੇਂ ਹੀ ਜਿਹੜੇ ਖਾਲਸਾ ਰਾਜ ਦੀਆਂ ਹੱਦਾਂ ਨੂੰ ਮਜ਼ਬੂਤ ਕਰਨ ਦੇ ਲਈ ਆਪਣਾ ਯੋਗਦਾਨ ਵੀ ਦਿੰਦੇ ਨੇ। ਅਤੇ ਦੀਵਾਨ ਮੂਲ ਰਾਜ ਆਖਰੀ ਸਿੱਖ ਲੜਾਈ ਦੇ ਵਿੱਚ ਉਹ ਫਾਂਸੀ ਵੀ ਚੜ੍ਹ ਜਾਂਦਾ, ਅੰਗਰੇਜ਼ਾਂ ਕੋਲ ਗ੍ਰਿਫਤਾਰ ਹੁੰਦਾ, 3 ਮਹੀਨੇ ਲਗਾਤਾਰ ਉਹਨਾਂ ਦੇ ਵਿਰੁੱਧ ਲੜਦਾ। ਅਤੇ ਉਹਦੇ ਅਧੀਨ ਲੜਨ ਵਾਲੀਆਂ ਸਾਰੀਆਂ ਨਿਹੰਗ ਸਿੰਘ ਫੌਜਾਂ ਹੁੰਦੀਆਂ ਨੇ, ਖਾਲਸਾ ਫੌਜਾਂ ਹੁੰਦੀਆਂ ਨੇ, ਅਤੇ ਖਾਲਸਾ ਉਹਦੇ ਲਈ ਕੁਰਬਾਨੀ ਕਰਨ ਨੂੰ ਤਿਆਰ ਹੈ। ਤੁਸੀਂ ਦੇਖੋ ਇਹ ਏਕਤਾ ਕਿੱਡੀ ਮਜ਼ਬੂਤ ਹੈ। ਇਹ ਏਕਤਾ ਇੱਕ ਸਿਧਾਂਤਕ ਏਕਤਾ ਹੈ। ਔਰ ਜਿਹੜਾ ਹਿੰਦੂ ਭਾਈਚਾਰਾ ਉਹਨੂੰ ਪੰਜਾਬ ਦੇ ਹਿੱਤਾਂ ਲਈ ਡਟ ਕੇ ਖਲੋਣਾ ਪਏਗਾ। ਪੰਜਾਬ ਦਾ ਮਸਲਾ ਹੈ ਕਿ ਪੰਜਾਬੀਅਤ ਦੀ ਏਕਤਾ, ਪੂਰੇ ਪੰਜਾਬ ਦੀ ਏਕਤਾ ਚਾਹੀਦੀ ਹੈ। ਜੇਕਰ ਅਸੀਂ ਇਹੋ ਜਿਹੇ ਮਸਲਿਆਂ ਤੋਂ ਬਚਣਾ ਹੈ ਔਰ ਸਾਨੂੰ ਇਸ ਪਹਿਰੇਦਾਰੀ ਕਰਨੀ ਪੈਣੀ ਹੈ ਪੰਜਾਬ ਦੀ ਮਜ਼ਬੂਤੀ ਦੇ ਲਈ, ਪੰਜਾਬੀਅਤ ਦੀ ਮਜ਼ਬੂਤੀ ਲਈ। ਸਾਡਾ ਹਿੰਦੂ ਧਰਮ ਦੇ ਨਾਲ ਕੋਈ ਵੀ ਵਿਰੋਧ ਨਹੀਂ ਹੈ। ਠੀਕ ਹੈ, ਸਾਡੇ ਸੱਭਿਆਚਾਰ ਦੇ ਇੱਕ ਵੱਖਰੇ ਢੰਗ ਨੇ, ਹਰੇਕ ਧਰਮ ਦੇ ਹੁੰਦੇ ਨੇ, ਉਸੇ ਤਰ੍ਹਾਂ ਦੇ ਵੀ ਸਾਡੇ ਵੱਖਰੇ ਨੇ। ਕਿਤੇ ਵੀ ਸਾਡੀ ਉਹਨਾਂ ਨਾਲ ਸਿਧਾਂਤਕ ਤੌਰ 'ਤੇ ਗੜਬੜ ਹੈ ਜਾਂ ਉਹ ਮੂਰਤੀ ਪੂਜਾ ਕਰਦੇ, ਅਸੀਂ ਨਹੀਂ ਕਰਦੇ। ਉਹ ਆਪਣਾ ਕਰਮਕਾਂਡੀ ਸੱਭਿਆਚਾਰ ਅਪਣਾਉਂਦੇ ਨੇ, ਅਸੀਂ ਨਹੀਂ ਅਪਣਾਉਂਦੇ। ਅਸੀਂ ਗੁਰੂ ਦੇ ਹਿੱਤਾਂ ਦੇ ਜੋ ਗੁਰੂ ਨੇ ਸਾਨੂੰ ਸਮਝਾਇਆ ਅਸੀਂ ਉਹ 'ਤੇ ਪਹਿਰਾ ਦਿੰਦੇ ਹਾਂ। ਇਸ ਦੇ ਬਾਵਜੂਦ ਵੀ ਉਹ ਸਾਡੇ ਭਰਾ ਨੇ। ਉਹਦੇ ਨਾਲ ਸਾਡਾ ਸੱਭਿਆਚਾਰ ਦੇ ਟਕਰਾਅ ਹੁੰਦੇ ਆ। ਇੱਕ ਮਨੁੱਖਤਾ ਵਜੋਂ ਸਾਡਾ ਉਹਨਾਂ ਨਾਲ ਇੱਕ ਵੱਡਮੁੱਲਾ ਭਾਈਚਾਰਾ। ਇਹ ਸਾਨੂੰ ਸਾਰੇ ਸਿੱਖਾਂ ਨੂੰ ਇਹ ਗੱਲ ਯਾਦ ਰੱਖਣ ਦੀ ਲੋੜ ਹੈ। ਔਰ ਸਿੱਖ ਜਿਹੜਾ ਹੈ ਉਹ ਪੰਜਾਬ ਦਾ ਪਹਿਰੇਦਾਰ ਹੈ।
ਉਹਨੂੰ ਪਹਿਰੇਦਾਰੀ ਨਿਭਾਉਣੀ ਚਾਹੀਦੀ ਹੈ। ਇਹਨਾਂ ਸਾਰੇ ਧਰਮਾਂ ਨੂੰ ਇਕੱਠਾ ਕਰਨਾ ਚਾਹੀਦਾ ਹੈ ਔਰ ਮਜ਼ਬੂਤ ਜਿਹੜੀ ਹੈ ਉਹ ਸਿਆਸੀ ਪਹੁੰਚ ਅਪਣਾਉਣ ਦੀ ਲੋੜ ਹੈ। ਸਿਆਸੀ ਪਹੁੰਚ ਨੂੰ ਅਪਣਾਏ ਬਿਨਾਂ ਤੁਸੀਂ ਜਿੰਨੇ ਮਰਜ਼ੀ ਨਾਅਰੇ ਲਾਈ ਜਾਓ, ਸਾਡੇ ਤੇ ਬਾਰ-ਬਾਰ ਇਹ ਸੰਕਟ ਆਣੇ ਆ। ਸੰਕਟ ਤੋਂ ਬਚਣਾ ਹੈ ਤਾਂ ਗੁਰੂ ਦੀ ਵਿਚਾਰਧਾਰਾ ਨੂੰ ਸਿਆਸੀ ਤੌਰ ਤੇ ਪ੍ਰਗਟ ਕਰਨਾ ਪੈਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਏਜੰਡਾ। ਗੁਰੂ ਗ੍ਰੰਥ ਸਾਹਿਬ ਅਜਿਹੀ ਸਿਆਸੀ ਵਿਚਾਰਧਾਰਾ ਦਿੰਦਾ ਹੈ ਜਿਹੜਾ ਬੇਗਮਪੁਰਾ, ਜਿਹੜਾ ਹਲੀਮੀ ਰਾਜ ਦੀ ਸਿਰਜਣਾ ਕਰਦਾ ਹੈ, ਜਿਹਦੀ ਤਾਰੀਫ ਬਾਬਾ ਸਾਹਿਬ ਅੰਬੇਡਕਰ ਕਰਦੇ ਨੇ। ਜਾਤ ਪਾਤ ਦਾ ਬੀਜ ਨਾਸ਼ ਵਿੱਚ ਉਹ ਕਹਿੰਦੇ ਨੇ ਜਿੱਥੇ ਗੁਰੂ ਨਾਨਕ ਖਲੋਤੇ, ਜਿੱਥੇ ਬੁੱਧ ਖਲੋਤੇ, ਜਿੱਥੇ ਕਬੀਰ ਖਲੋਤੇ, ਉੱਥੇ ਤੁਹਾਨੂੰ ਖੜਨਾ ਹੀ ਪੈਣਾ ਹੈ। ਉਹ ਦੇਖੋ ਕਿੰਨੀ ਵਿਸ਼ਾਲ ਵਿਚਾਰਧਾਰਾ ਦੀ ਉਹ ਗੱਲ ਕਰ ਰਹੇ ਨੇ। ਸੋ ਇਸ ਲਈ ਸਾਨੂੰ ਜਿਹੜਾ ਹੈ ਪੰਜਾਬ ਦੀ ਪਹਿਰੇਦਾਰੀ ਔਰ ਮਨੁੱਖਤਾ ਦੀ ਪਹਿਰੇਦਾਰੀ ਕਰਨ ਦੀ ਲੋੜ ਹੈ। ਜਿੰਨਾ ਮਰਜ਼ੀ ਸਾਡੇ 'ਤੇ ਸੰਕਟ ਆਉਣ, ਅਸੀਂ ਸਰਬੱਤ ਦੇ ਭਲੇ ਤੋਂ, ਗੁਰੂਆਂ ਦੀ ਵਿਚਾਰਧਾਰਾ ਤੋਂ 1 ਇੰਚ ਵੀ ਨਹੀਂ ਪਰੇ ਹੋਣਾ। ਅਸੀਂ ਦੇਖ ਲਿਆ ਕਰੋਨਾ ਨਹੀਂ, ਸੁਣੋ, ਅਸੀਂ ਕਰੋਨਾ ਯੁੱਗ ਦੇ ਦੌਰਾਨ ਅਸੀਂ ਇਹ ਸਾਰਾ ਦੇਖ ਲਿਆ ਕਿ ਅਸੀਂ ਗੁਰੂ ਦੇ ਹੁਕਮ 'ਤੇ ਪਹਿਰਾ ਦਿੱਤਾ। ਅੱਜ ਸਾਡੀ ਪੂਰੀ ਜਿਹੜੀ ਹੈ ਖਾਲਸੇ ਦੀ ਜਿਹੜੀ ਹੈ ਉਹ ਬਲਵਾਨਤਾ ਉਜਾਗਰ ਹੋ ਰਹੀ ਹੈ। ਹਰੇਕ ਜਿਹੜਾ ਵਿਅਕਤੀ ਹੈ ਉਹ ਤੁਹਾਡੇ ਨਾਲ ਤਸਵੀਰਾਂ ਖਿਚਾ ਰਿਹਾ ਕਿ ਇਹਨਾਂ 'ਤੇ ਬਾਣ ਹੈ। ਸਾਡੀ ਪੱਗ ਦਾ ਜਿਹੜਾ ਸਤਿਕਾਰ ਹੋ ਰਿਹਾ ਪੂਰੇ ਵਰਲਡ ਵਿੱਚ ਹੋ ਰਿਹਾ। ਔਰ ਤੁਸੀਂ ਦੇਖੋ ਚੀਨ ਦੇ ਵਿੱਚ ਸਿੱਖ ਬਣ ਰਹੇ ਨੇ ਸਾਡੀ ਵਿਚਾਰਧਾਰਾ ਕਾਰਨ, ਜਿਹੜੇ ਨੇ ਦੂਸਰਾ ਮਲੇਸ਼ੀਆ 'ਚ ਬਣ ਰਹੇ ਨੇ, ਜਿਹੜੇ ਆਪਣੇ ਕਾਲੇ ਲੋਕ ਜਿੱਥੇ ਰਹਿੰਦੇ ਨੇ ਉਹ ਵੀ ਸਿੱਖ ਸੱਜ ਰਹੇ ਨੇ। ਤੁਸੀਂ ਗੂਗਲ ਦੇ ਵਿੱਚ ਸਰਚ ਕਰਕੇ ਦੇਖ ਲਓ, ਗੋਰੇ ਵੀ ਬਣ ਰਹੇ ਨੇ, ਗੂਗਲ ਵਿੱਚ ਸਰਚ ਕਰਕੇ ਦੇਖ ਲਿਓ। ਅੱਜ ਹਰੇਕ ਜਿਹੜਾ ਵਿਦੇਸ਼ੀ ਵਿਅਕਤੀ ਹੈ, ਉਹ ਚਾਹੇ ਉਹ ਕੋਈ ਵੀ ਹੈ, ਉਹ ਤੁਹਾਡਾ ਇਤਿਹਾਸ, ਤੁਹਾਡਾ ਧਰਮ, ਤੁਹਾਡਾ ਸਾਹਿਤ ਉਹ ਪੜ੍ਹਨਾ ਚਾਹੁੰਦਾ ਹੈ। ਇਹਦੇ ਵਿੱਚ ਹੋਰ ਵੀ ਗੱਲ ਆ ਨਾ ਵੀ ਜੇ ਸਿੱਖ ਬਣ ਰਹੇ ਨੇ, ਤੁਹਾਡੇ ਨਾਲ ਖੜਦੇ ਨੇ, ਜਦੋਂ ਤੁਸੀਂ ਆਖਿਆ ਕੋਈ ਸਿੱਖ ਦੇ ਨਾਲ ਖੜੇ ਹੋ ਕੇ ਤਸਵੀਰ ਖਿਚਾਉਣ ਦੇ ਵਿੱਚ ਮਾਣ ਮਹਿਸੂਸ ਕਰਦੇ ਆ। ਪਰ ਹੁਣ ਦੂਜੇ ਪਾਸੇ ਗੱਲ ਇਹ ਵੀ ਹੈ ਵੀ ਜਦੋਂ ਤੇ ਸਿੱਖ ਤੁਸੀਂ ਐਜ਼ ਏ ਸਿੱਖ ਉਹਨਾਂ ਨੂੰ ਕੁਝ ਦਿੰਦੇ ਹੋ, ਸੇਵਾ ਕਰਦੇ ਹੋ ਉਹਨਾਂ ਦੀ, ਉਹ ਤੋਂ ਤਾਂ ਪ੍ਰਭਾਵਿਤ ਹੁੰਦੇ ਆ। ਪਰ ਜੇ ਜੂਨ 84 ਵਿੱਚ ਇੱਕ ਹਕੂਮਤ ਤੁਹਾਡੇ ਤਖਤਾ ਕਾਲ ਨੂੰ ਢਾਉਂਦੀ ਹੈ, ਉਸ ਵੇਲੇ ਤੁਹਾਡੇ ਨਾਲ ਦੁੱਖ ਦੇ ਵਿੱਚ ਸ਼ਰੀਕ ਤਾਂ ਨਹੀਂ ਹੁੰਦੇ ਨਾ। ਇਹ ਵੀ ਇੱਕ ਗੱਲ ਵਾ, ਕਿੱਥੇ ਨਾਲ ਤੁਹਾਡੇ ਖੜਦੇ। 6 ਜੂਨ ਦਾ ਦਿਨ ਮਨਾਉਣੇ, ਤੁਸੀਂ ਇਕੱਠੇ ਹੁੰਦੇ ਆ, ਤੁਹਾਡੇ ਦੁੱਖ 'ਚ ਤਾਂ ਸ਼ਰੀਕ ਹੁੰਦੇ ਨਹੀਂ ਆ ਕੇ। ਉਹ ਤੁਸੀਂ ਉਹਨਾਂ ਦੀ ਸੇਵਾ ਕਰਦੇ ਆ ਤਾਂ ਤੁਹਾਡੇ ਨਾਲ ਫੋਟੋ ਖਿਚਾਉਂਦੇ ਆ। ਇਹਦੇ ਵਿੱਚ ਜੇ ਮੈਂ ਕੁਛ ਕਹਾਂ ਤੇ ਤਕਲੀਫ ਹੀ ਬਹੁਤ ਸਾਰਿਆਂ ਨੂੰ ਹੋਏਗੀ। ਤੁਸੀਂ ਕਹੋ, ਕਿਉਂਕਿ ਮੈਨੂੰ ਲੱਗਦਾ ਇੱਕ ਬੜੀ ਵੱਡੀ ਗੱਲ ਆ। ਤੁਸੀਂ ਜਦੋਂ ਕਿਸੇ ਨੂੰ ਕੁਛ ਦਿੰਦੇ ਆ, ਹੈ ਨਾ, ਹੁਣ ਤੁਸੀਂ ਮੈਨੂੰ ਕੁਛ ਦਿਓ, ਮੈਂ ਕਹਿੰਦਾ ਜੀ ਬਹੁਤ ਸੋਹਣੇ, ਬਹੁਤ ਵਧੀਆ ਗੱਲ ਹੈਗੀ ਆ। ਪਰ ਜਦੋਂ ਤੁਹਾਡਾ ਕੋਈ ਦੁੱਖ ਹੈਗਾ, ਉਦੋਂ ਜੇ ਮੈਂ ਨਾਲ ਤੁਹਾਡੇ ਖੜਦਾ, ਫਿਰ ਗੱਲ ਆ ਨਾ। ਹਾਂ, ਗੱਲ ਇਹ ਹੈ ਕਿ ਜਦੋਂ ਅਸੀਂ ਇਹ ਸਾਰਾ ਕੁਝ ਦੇਖਦੇ ਹਾਂ ਕਿ ਸਾਡੇ ਮਗਰ ਖੜਦਾ ਕਿਉਂ ਨਹੀਂ, ਤੇ ਸਾਨੂੰ ਆਪਣੇ ਅੰਦਰ ਵੀ ਝਾਤ ਮਾਰ ਲੈਣੀ ਚਾਹੀਦੀ, ਖੜਦਾ ਕਿਉਂ ਨਹੀਂ ਹੈ। ਕੀ ਘਾਟ ਆ ਸਾਡੇ 'ਚ, ਤੁਹਾਡੇ 'ਚ? ਘਾਟ ਇਹ ਹੈ ਕਿ ਜਦੋਂ ਅਸੀਂ ਸਿਧਾਂਤਕ ਤੌਰ 'ਤੇ ਪਹਿਰੇਦਾਰੀ ਕਰਨ ਦੀ ਥਾਂ 'ਤੇ ਨਾਅਰੇਬਾਜ਼ੀ ਕਰਨ ਲੱਗ ਜਾਂਦੇ ਹਾਂ। ਅਸੀਂ ਕੋਈ ਪ੍ਰੋਗਰਾਮ ਨਹੀਂ ਦਿੰਦੇ ਕਿ ਪਰ ਸਿਧਾਂਤਕ ਤੌਰ 'ਤੇ ਤੁਸੀਂ ਜਦੋਂ ਪਹਿਰੇਦਾਰੀ ਕੀਤੀ, ਜਿੱਦਾਂ ਤੁਸੀਂ ਦਰਿਆਈ ਪਾਣੀਆਂ ਦੀ ਗੱਲ ਕੀਤੀ, ਤੁਹਾਡੇ ਪਾਣੀ ਲੁੱਟੇ ਜਾ ਰਹੇ ਸੀਗੇ, ਉਸ ਵੇਲੇ ਦੀ ਸੰਤ ਭਿੰਡਰਾਂ ਵਾਲੇ ਜਾਂ ਜਿਹੜੇ ਹੋਰ ਹੱਕੀ ਮੰਗਾਂ ਦੀ ਗੱਲ ਕਰਦੇ ਸੀਗੇ, ਉਦੋਂ ਤਾਂ ਨਾਅਰੇਬਾਜ਼ੀ ਨਹੀਂ ਸੀ ਨਾ। ਉਹਨਾਂ ਨੇ ਤਾਂ ਤੁਹਾਨੂੰ ਢਾਤਾ, ਉਹਨਾਂ ਨੇ ਤੁਹਾਨੂੰ ਮਾਰ ਦਿੱਤਾ, ਖਤਮ ਕਰਤਾ। ਦਰਬਾਰ ਸਾਹਿਬ ਸਾਰਾ ਉਹਨਾਂ ਨੇ ਲਾਸ਼ਾਂ ਦੇ ਨਾਲ ਭਰ ਦਿੱਤਾ, ਉਹਨਾਂ ਨੇ ਤਾਂ ਸਾਰਾ ਕੁਝ ਕਰ ਦਿੱਤਾ। ਉਹ ਤੁਹਾਡੇ ਨਾਲ ਖੜਦੇ ਕਿਉਂ ਨਹੀਂ? ਉਹ ਤੁਸੀਂ ਦੇਖੋ ਉਸ ਸਮੇਂ ਦੌਰਾਨ ਜੋ ਖੇਡੀ ਗਈ ਆਰੀਆ ਸਮਾਜੀਆਂ ਦੁਆਰਾ ਔਰ ਆਰੀਆ ਸਮਾਜੀਆਂ ਅਖਬਾਰਾਂ ਦੇ ਦੁਆਰਾ ਜਿਹੜੀ ਉਹ ਖੇਡੀ ਗਈ, ਉਦੋਂ ਸਾਡੇ ਕੋਲ ਮੀਡੀਆ ਵੀ ਨਹੀਂ ਸੀ। ਇਹ ਕਮਜ਼ੋਰੀਆਂ ਸਾਡੇ ਕੋਲ ਵੀ ਸਨ ਵੀ ਜੇਕਰ ਸਾਡੇ ਕੋਲ ਇੱਕ ਮਜ਼ਬੂਤ ਮੀਡੀਆ ਹੁੰਦਾ, ਸਾਡੇ ਕੋਲ ਦੂਜੇ ਪਾਸੇ ਇਹ ਕੰਮ ਕਰਨ ਵਾਲੇ ਲੋਕ ਹੁੰਦੇ, ਕੁਝ ਬੁੱਧੀਜੀਵੀ ਅਜਿਹੇ ਹੁੰਦੇ ਕਿ ਜਿਹੜੇ ਇਹਨਾਂ ਨੂੰ ਆਪਣੇ ਨਾਲ ਜੋੜਦੇ ਵੀ ਇਹ ਜਿਹੜੇ ਨੇ ਇਹ ਗਲਤ ਕੰਮ ਕਰ ਰਹੇ ਨੇ, ਪੰਜਾਬ ਦੇ ਹੱਕਾਂ ਦੇ ਲਈ ਪਹਿਰਾ ਦੇਣਾ। ਉਸ ਸਮੇਂ ਸਥਿਤੀਆਂ ਕੁਝ ਹੋਰ ਨੇ। ਅੱਜ ਤੁਹਾਨੂੰ ਇਹ ਲੱਗਦਾ ਕਿ ਸਿੱਖ ਆਪਣਾ ਪੱਖ ਜਿਹੜਾ ਹੈਗਾ ਉਹ ਦੁਨੀਆ ਤੱਕ ਰੱਖ ਨਹੀਂ ਪਾਏ, ਨਹੀਂ ਰੱਖ ਸਕੇ ਲੋਕਾਂ ਦੇ ਅੱਗੇ। ਉਹ ਅੱਜ ਵੀ ਰੱਖਣ ਦੀ ਲੋੜ ਹੈ। ਅਸੀਂ ਇਹ ਨਾ ਕਹੀਏ ਵੀ ਸਾਡੇ ਤੇ ਜ਼ੁਲਮ ਹੋ ਗਿਆ, ਅਸੀਂ ਕਹੀਏ ਪੰਜਾਬ ਤੇ ਜ਼ੁਲਮ ਹੋਇਆ। ਅਸੀਂ ਇਹ ਕਹੀਏ ਕਿ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ। ਔਰ ਜਿੰਨਾ ਚਿਰ ਤੱਕ ਤੁਸੀਂ ਪੰਜਾਬ ਨੂੰ ਇਕੱਠੇ ਨਹੀਂ ਕਰੋਗੇ, ਇਹ ਸਭ ਕੁਝ ਵਾਪਰਦਾ ਰਹੇਗਾ। ਅਸੀਂ ਸ਼ਿਕਾਇਤ ਕਿਸ ਨੂੰ ਕਰਾਂਗੇ? ਪ੍ਰੋਫੈਸਰ ਸਾਹਿਬ, ਸਿੱਖ ਰੈਫਰੈਂਸ ਲਾਇਬ੍ਰੇਰੀ ਵੀ ਲੁੱਟੀ ਗਈ, ਉਹਦੇ ਪਿੱਛੇ ਕੀ ਮਨਸ਼ਾ? ਜਿੱਦਾਂ ਤੁਸੀਂ ਦੱਸਿਆ ਕਿ ਬਾਕੀ ਜਿਹੜੇ ਕੰਮ ਆ ਉਹ ਘੱਟ ਗਿਣਤੀ ਨੂੰ ਦਬਾ ਕੇ ਆਪਣਾ ਵੋਟ ਬੈਂਕ ਮਜ਼ਬੂਤ ਕਰਦੇ ਆ, ਔਰ ਹੁੰਦਾ ਉਹਨਾਂ ਦਾ। ਜੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੁੰਦਾ ਨਵੰਬਰ 84 ਵਿੱਚ, ਤਾਂ ਉਸ ਤੋਂ ਬਾਅਦ ਰਾਜੀਵ ਗਾਂਧੀ, ਲੋਕ ਵੋਟਾਂ ਪਾ ਕੇ ਜਿਤਾਉਂਦੇ ਆ, ਵੋਟ ਬੈਂਕ ਉਹਨਾਂ ਦਾ ਮਜ਼ਬੂਤ ਹੁੰਦਾ, ਜਦੋਂ ਤੁਸੀਂ ਪਹਿਲਾਂ ਆਖਿਆ। ਪਰ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਣ ਪਿੱਛੇ ਕੀ ਮਨਸ਼ਾ ਹੋ ਸਕਦੀ ਉਹਨਾਂ ਦੀ? ਉਹ ਵੀ ਲੁੱਟੀ ਉਹਨਾਂ ਨੇ।
ਕੁਝ ਸਾਡਾ ਸਾਹਿਤ ਹੈ ਉਸ ਨੂੰ ਤੁਸੀਂ ਦੇਖੋ ਪੜ੍ਹੋ ਵੀ ਉਹਦੇ ਵਿੱਚ ਇਹ ਲਿਖਿਆ ਕਿ ਬਾਗੀ ਸਾਹਿਤ ਆ। ਉਹਨਾਂ ਨੇ ਬਾਗੀ ਸਾਹਿਤ ਕਰਕੇ ਕਹਿੰਦੇ ਨੇ CBI ਨੇ ਉਹ ਫੂਕ ਦਿੱਤਾ ਕਿ ਫੌਜੀਆਂ ਨੇ ਫੂਕਿਆ। ਉਹ ਇਹ ਸਪਸ਼ਟ ਨਹੀਂ ਹੋ ਰਹੇ ਅਤੇ ਨਾ ਹੀ ਉਹ ਦੱਸ ਰਹੇ ਨੇ ਕਿ ਉਹ ਸਾਹਿਤ ਕਿੱਥੇ ਹੈ। ਉਹ ਕਹਿ ਰਹੇ ਨੇ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਸਾਰਾ ਕੁਝ ਦੇ ਰਿਹਾ, ਸ਼੍ਰੋਮਣੀ ਕਮੇਟੀ ਕਹਿੰਦੀ ਕੁਝ ਨਹੀਂ ਦੇ ਰਿਹਾ। ਸ਼੍ਰੋਮਣੀ ਕਮੇਟੀ ਵੀ ਉਹ ਜਿਹੜਾ ਕੁਝ ਵੀ ਦਰਸਾ ਨਹੀਂ ਰਹੀ। ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਵਾਈਟ ਪੇਪਰ ਜਾਰੀ ਨਹੀਂ ਕੀਤਾ ਕਿ ਇਹਨਾਂ ਘਟਨਾਵਾਂ ਦਾ ਕੌਣ ਜ਼ਿੰਮੇਵਾਰ ਹੈ। ਇਹਦਾ ਐਨਾਲਿਸਿਸ ਕਰਾਇਆ ਜਾਣਾ ਚਾਹੀਦਾ। ਹੁਣ ਵੀ ਐਨਾਲਿਸਿਸ ਕਰਾਉਣ ਦੀ ਲੋੜ ਹੈ। ਕਿੰਨੇ ਸਿੱਖ ਅੰਦਰ ਜਿਹੜੇ ਨੇ ਉਹ ਸ਼ਹੀਦ ਹੋਏ ਨੇ, ਕਿੰਨੀਆਂ ਆਮ ਸੰਗਤਾਂ ਸਨ, ਕਿੰਨੇ ਦੂਸਰੇ ਵਿਅਕਤੀ ਸਨ। ਇਹ ਸਭ ਕੁਝ ਸ਼੍ਰੋਮਣੀ ਕਮੇਟੀ ਨਹੀਂ ਕਹਿ ਸਕੀ। ਔਰ ਸ਼੍ਰੋਮਣੀ ਕਮੇਟੀ ਇਹ ਵੀ ਨਹੀਂ ਕਹਿ ਸਕੀ ਅਜੇ ਤੱਕ ਕਿ ਜੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਇੱਕ 60-70 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਹਵਾਈ ਸੈਨਾ ਵੀ ਲੈ ਆਣੀ ਔਰ ਆਰਮੀ ਵੀ ਲੈ ਆਣੀ, ਟੈਂਕ ਵੀ ਲੈ ਆਣੀ। ਇਹ ਕਿੰਨੀ ਕੁ ਚੰਗੀ ਗੱਲ ਹੈ ਕਿ ਇੱਕ ਦੁਸ਼ਮਣ ਇੱਕ ਦੇਸ਼ ਦੇ ਲੋਕਾਂ 'ਤੇ ਹੀ ਦੇਸ਼ ਦੀ ਫੌਜ ਜਿਹੜੀ ਹੈ ਕਰੇ। ਫਿਰ ਅੰਗਰੇਜ਼ਾਂ 'ਤੇ ਸਾਡੇ 'ਚ ਕੀ ਫਰਕ ਹੈ। ਔਰ ਡਾਇਰ ਆਉਂਦਾ ਔਰ ਜਿਹੜਾ ਜਲਿਆਂਵਾਲੇ ਬਾਗ ਦੇ ਵਿੱਚ ਲਾਸ਼ਾਂ ਵਿਛਾ ਜਾਂਦਾ। ਉਹੀ ਮੈਂ ਉੱਦਾਂ ਦਾ ਹੀ ਵਰਤਾਰਾ ਇਹ ਦੇਖ ਰਿਹਾ ਵੀ ਦਰਬਾਰ ਸਾਹਿਬ ਇੱਕ ਤਰ੍ਹਾਂ ਦਾ ਜਲਿਆਂਵਾਲਾ ਬਾਗ, ਉਹ ਵੀ ਆਜ਼ਾਦੀ, ਜਦੋਂ ਅਸੀਂ ਕਹਿੰਦੇ ਹਾਂ ਅਸੀਂ ਆਜ਼ਾਦ ਹੋ ਗਿਆ, ਉਹਦੇ 'ਚ ਇਹ ਦਿਖਾਇਆ ਗਿਆ। ਅਤੇ ਇਹ ਕੁਐਸਚਨ ਮਾਰਕ ਹੈ ਸਾਡੇ ਇਹੋ ਜਿਹੀ ਜਮਹੂਰੀਅਤ 'ਤੇ। ਪਰ ਜਿਹੜਾ ਉਹ ਖਜ਼ਾਨਾ ਹੈਗਾ ਸਾਹਿਤ ਜਾਂ ਜਿਹੜੇ ਧਾਰਮਿਕ ਗ੍ਰੰਥ ਹੋਣਗੇ ਜਾਂ ਉਹਦੇ ਵਿੱਚ ਬਹੁਤ ਕੁਝ ਹੋਊਗਾ ਜਿਹੜਾ ਕਿ ਕਲੀਅਰ ਵੀ ਨਹੀਂ ਚੰਗੀ ਤਰ੍ਹਾਂ ਜਿੱਦਾਂ ਤੁਸੀਂ ਦੱਸਿਆ ਕਿ ਹੋ ਪਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਈ ਵਾਰ ਮੰਗ ਉੱਠਦੀ ਆ ਕਿ ਕੇਂਦਰ ਸਰਕਾਰ ਉਹ ਸਾਰਾ ਕੁਝ ਵਾਪਸ ਕਰੇ, ਗੱਲ ਉੱਠਦੀ ਆ, ਅਖਬਾਰਾਂ 'ਚ ਮਾੜੀ ਮੋਟੀ ਆਉਂਦੀ ਆ, ਮੁੜ ਕੇ ਫਿਰ ਉਹਦੀ ਦੱਬੀ ਜਾਂਦੀ ਹੈਗੀ ਆ। ਔਰ ਕੀ ਤੁਹਾਨੂੰ ਲੱਗਦਾ ਕਿ ਸਿੱਖ ਕੌਮ ਉਹਦੇ ਲਈ ਪੂਰੀ ਤਰ੍ਹਾਂ ਗੰਭੀਰ ਹੈਗੀ ਆ ਕਿ ਆਪਾਂ ਉਹ ਸਾਰਾ ਸਮਾਨ ਵਾਪਸ ਲੈਣਾ ਹੈਗਾ ਆ? ਲੱਗਦਾ ਤੁਹਾਨੂੰ ਕਿ ਸਿੱਖ ਗੰਭੀਰ ਹੈਗੇ ਇਹਦੇ ਪ੍ਰਤੀ? ਸਿੱਖ ਬੁੱਧੀਜੀਵੀ, ਤੁਸੀਂ ਵੀ ਬੁੱਧੀਜੀਵੀਆਂ 'ਚ ਆਉਂਦੇ ਹੈਗੇ ਆ, ਵਿਚਰਦੇ ਹੈਗੇ ਆ, ਕਦੀ ਤੁਸੀਂ ਦੇਖਿਆ ਕੋਈ ਇੱਦਾਂ ਦੀ ਮੀਟਿੰਗ ਹੋਈ ਆ ਵੀ ਸਿੱਖਾਂ ਨੇ ਸੋਚਿਆ ਹੋਵੇ ਬੁੱਧੀਜੀਵੀਆਂ ਨੇ ਇਕੱਠੇ ਹੋ ਕੇ ਕਿ ਆਪਾਂ ਉਹ ਆਪਣਾ ਖਜ਼ਾਨਾ ਵਾਪਸ ਲੈਣਾ ਹੈ? ਉਹ ਸੋਚਦੇ ਨੇ ਕਿ ਸਾਰਾ ਕੁਝ ਇਹ ਸੋਚ ਰਹੇ ਪੁਰਾਣੀਆਂ ਗੱਲਾਂ ਹੋ ਗਈਆਂ ਨੇ ਅਤੇ ਸ਼੍ਰੋਮਣੀ ਕਮੇਟੀ ਵੀ ਸੁਹਿਰਦ ਨਹੀਂ। ਔਰ ਸਿੱਖ ਐਂ ਲੱਗਦਾ ਕਿ ਜਿਵੇਂ ਚੁੱਪੀ ਤੋੜਨ ਨੂੰ ਤਿਆਰ ਨਹੀਂ ਇੱਦਾਂ। ਹਾਂ, ਚੁੱਪੀ ਨਹੀਂ, ਅਸੀਂ ਇਹ ਕਹਿ ਸਕਦੇ ਵੀ ਥੱਕ ਗਏ ਨੇ। ਉਹ ਉਹਨਾਂ ਦੇ ਵਿਚਾਰ ਵੀ ਜਿਹੜੇ ਨੇ ਕਿਉਂ ਖਤਮ ਹੋਏ? ਇਹ ਵੱਡੀ ਗੱਲ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਦੂਰ ਹੋ ਗਏ। ਫਿਰ ਉਹੀ ਮਸਲਾ ਹੁੰਦਾ। ਪ੍ਰੋਫੈਸਰ ਸਾਹਿਬ, ਜਿਹੜਾ ਇੱਕ ਸਾਹਿਤ ਹੁੰਦਾ ਹੈਗਾ, ਜਿਹੜੇ ਉਹ ਧਾਰਮਿਕ ਪੁਰਾਤਨ ਗ੍ਰੰਥ ਹੋਣਗੇ ਜਾਂ ਇਤਿਹਾਸਕ ਦਸਤਾਵੇਜ਼ ਹੋਣਗੇ, ਕਿਸੇ ਵੀ ਕੌਮ ਦੇ ਵਾਸਤੇ ਉਹ ਕਿੰਨੇ ਕੁ ਜ਼ਰੂਰੀ ਹੁੰਦੇ ਨੇ? ਦੇਖੋ, ਇਤਿਹਾਸ ਤੁਹਾਡੀ ਸੇਧ ਹੁੰਦਾ ਔਰ ਸਾਹਿਤ ਜਿਹੜਾ ਹੈ ਉਹ ਤੁਹਾਡੇ ਮਨ ਨੂੰ ਮਜ਼ਬੂਤ ਕਰਨ ਦਾ ਇੱਕ ਫਿਲਾਸਫੀ ਹੁੰਦੀ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੈ। ਔਰ ਮਨ ਜਿਹੜਾ ਹੈ ਉਹ ਸਭ ਤੋਂ ਸ਼ਕਤੀਸ਼ਾਲੀ ਹੁੰਦਾ। ਗੁਰੂ ਸਾਹਿਬ ਦੀ ਸਾਰੀ ਰਚਨਾ ਮਨ ਨੂੰ ਕੰਟਰੋਲ ਕਰਦੀ ਹੈ ਕਿ ਤੁਹਾਡਾ ਮਨ ਕਿਹੋ ਜਿਹਾ ਹੋਣਾ ਚਾਹੀਦਾ, ਤੁਸੀਂ ਸਚਿਆਰਾ ਮਨੁੱਖ ਕਿਵੇਂ ਬਣਨਾ, ਤੁਹਾਡਾ ਕਿਰਤ ਦਾ ਸੰਕਲਪ, ਤੁਹਾਡਾ ਵੰਡ ਛਕਣ ਦਾ ਸੰਕਲਪ, ਜਿਹੜਾ ਨਾਮ ਦਾ ਸੰਕਲਪ, ਉਹ ਸਾਰਾ ਮਨ ਦੇ ਨਾਲ ਜੁੜਿਆ। ਤੁਸੀਂ ਜਾਤੀ ਕਿਵੇਂ ਤੋੜਨੀ ਹੈ, ਜਿਹੜਾ ਪੁਰਾਤਨਤਾ ਹੈ, ਜਿਹੜੀ ਇੱਥੋਂ ਦੇ ਸੱਭਿਆਚਾਰ ਸੀ, ਜਿਹਨੇ ਦਰਾਵੜ ਸੱਭਿਆਚਾਰ ਨੂੰ ਹਜ਼ਮ ਕੀਤਾ, ਜਿਹਨੇ ਮਤਲਬ ਕਿ ਮੂਲ ਨਿਵਾਸੀਆਂ ਦਾ ਜਿਹੜਾ ਘਾਣ ਕੀਤਾ, ਉਹ ਸਾਰਾ ਕੁਛ ਜਿਹੜਾ ਹੈ ਗੁਰੂ ਸਾਹਿਬ ਉਸ ਨੂੰ ਰੱਦ ਕਰਦੇ ਹੋਏ ਇੱਕ ਸੱਭਿਆਚਾਰ ਸਿਰਜਦੇ ਨੇ। ਉਹ ਦੱਬੇ ਕੁਚਲਿਆਂ ਔਰ ਕਿਰਤੀਆਂ ਦਾ ਸੱਭਿਆਚਾਰ ਹੈ, ਉਹ ਸਾਰਾ ਕੁਛ ਮਨ ਦੇ ਨਾਲ ਜੁੜਿਆ। ਉਹ ਕਹਿੰਦੇ ਮਨ ਨੂੰ ਕੰਟਰੋਲ ਕਰੋ, ਇੱਕ ਸਚਿਆਰਾ ਮਨੁੱਖ ਬਣੋ ਔਰ ਇਹਨਾਂ ਸਭ ਕੁਝ ਜਿਹੜਾ ਹੈ ਇਹਨੂੰ ਰੱਦ ਕਰੋ। ਉਹ ਹੈ ਸਾਡੀ ਫਿਲਾਸਫੀ, ਜਿਹਨੂੰ ਅਸੀਂ ਸਾਹਿਤ ਕਹਿੰਦੇ। ਸਾਡਾ ਇੱਕ ਰਾਹ ਦਸੇਰਾ ਔਰ ਸਾਡੇ ਮਨ ਦਾ ਜਿਹੜਾ ਮਨ ਦੀ ਸਿਰਜਣਾ ਕਰਨ ਵਾਲਾ ਸੋਮਾ ਹੈ, ਜਿਹੜਾ ਬ੍ਰਹਮੰਡੀ ਸੱਭਿਆਚਾਰ ਉਹ ਸਿਰਜਦਾ, ਇਹੀ ਸਾਡੀ ਫਿਲਾਸਫੀ ਹੈ। ਔਰ ਫਿਲਾਸਫੀ ਕਦੇ ਵੀ ਤਬਾਹ ਨਹੀਂ ਹੁੰਦੀ। ਫਿਲਾਸਫੀ ਸਾਡੇ ਅੰਦਰ ਇੱਕ ਜੋਤ ਜਗਾ ਰਹੀ ਹੈ ਔਰ ਜਿਉਂ-ਜਿਉਂ ਅਸੀਂ ਉਹਨਾਂ ਗੁਰੂ ਦੇ ਇੱਕ ਹੁਕਮ 'ਤੇ ਪਹਿਰਾ ਦਾਂਗੇ, ਸਿੱਖਾਂ ਦੀ ਜਿਹੜੀ ਵਿਸ਼ਾਲਤਾ ਹੈ ਉਹ ਪ੍ਰਗਟ ਹੁੰਦੀ ਰਹੇਗੀ। ਇਸ ਸਾਹਿਤ ਨੂੰ ਪ੍ਰਗਟ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਉਹਦੇ ਹੁਕਮਨਾਮਿਆਂ ਨੂੰ ਲਾਗੂ ਕਰਨ ਦੀ ਲੋੜ ਹੈ। ਹੁਣ ਆ ਜਾਓ ਇਤਿਹਾਸ ਦੀ ਗੱਲ। ਜਿਹੜਾ ਇਤਿਹਾਸ ਹੈ ਉਹ ਤੋਂ ਸਾਨੂੰ ਸੇਧ ਮਿਲਦੀ ਹੈ ਸਾਡੇ ਪੁਰਖਿਆਂ ਨੇ ਕਿੰਨਾ ਵੱਡਾ ਹਿੱਸਾ ਪਾਇਆ। ਔਰ ਸਿੱਖਾਂ ਨੇ ਇਤਿਹਾਸ ਤਾਂ ਸਿਰਜਿਆ ਹੈ ਪਰ ਲਿਖਿਆ ਨਹੀਂ ਹੈ। ਇਹਨਾਂ ਦੋਨਾਂ 'ਚ ਜਿਹੜਾ ਫਰਕ ਹੈ। ਔਰ ਇਤਿਹਾਸ ਦੇ ਵਿੱਚ ਕਾਫੀ ਕੁਝ ਜਿਹੜਾ ਹੈ ਉਹ ਮਿਲਾਵਟ ਹੈ ਔਰ ਉਹਦੇ ਵਿੱਚ ਬਹੁਤਾ ਹਿੱਸਾ ਉਹਨਾਂ ਨੇ ਵੀ ਪਾਇਆ ਜਿਹੜੇ ਸਾਡੇ ਉਲਟ ਵਿਚਾਰਧਾਰਾ ਦੇ ਲੋਕ ਸਨ। ਉਹਦੇ ਕਰਕੇ ਸਾਨੂੰ ਜਿਹੜਾ ਪਰਸ਼ੀਅਨ ਤੋਂ ਇਤਿਹਾਸ ਤੋਂ ਸਾਨੂੰ ਸੇਧਾਂ ਲੈਣੀਆਂ ਪੈਂਦੀਆਂ ਕਿ ਉਸ ਸਮੇਂ ਗੁਰੂ ਸਾਹਿਬ ਨਾਲ ਕਿਵੇਂ ਹੋਇਆ। ਹੁਣ ਦੇਖੋ ਤੁਸੀਂ
ਇੱਕ ਜੇ ਉਦਾਹਰਨ ਲੈਣਾ ਚਾਹੋ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਲੈ ਸਕਦੇ ਹੋ, ਗੁਰੂ ਅਰਜਨ ਸਾਹਿਬ ਦੀ ਲੈ ਸਕਦੇ ਹੋ। ਉਹਨਾਂ ਦੀ ਸ਼ਹਾਦਤ ਕਿਵੇਂ ਹੋਈ? ਕੋਈ ਕਹੇਗਾ ਚੰਦੂ ਨਾਲ ਹੋਈ, ਕੋਈ ਕਹੇਗਾ ਵੀ ਇਹਨਾਂ ਨੇ ਜਿਹੜੀ ਰਿਸ਼ਤਾ ਤੋੜਾਤਾ ਤਾਂ ਕਰਕੇ ਹੋਈ, ਪ੍ਰੀਥੀ ਚੰਦ ਨਾਲ ਵਿਰੋਧ ਸੀ। ਜੇਕਰ ਤੁਸੀਂ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਪੜ੍ਹਨਾ ਹੋਵੇ ਤਾਂ ਪ੍ਰੀਥੀ ਚੰਦ, ਉਹ ਦੂਸਰਾ ਜਹਾਂਗੀਰ ਦਾ ਜਿਹੜਾ ਉਹਨੇ ਆਪਣਾ ਲਿਖਿਆ ਤੁਝ ਕੇ ਜਹਾਂਗੀਰੀ, ਉਹਦੇ ਵਿੱਚ ਸਾਫ਼ ਕਹਿੰਦੇ ਨੇ ਕਿ ਗੁਰੂ ਜਿਹੜਾ ਅਰਜਨ ਦੇਵ ਹੈ ਉਹ ਇੱਕ ਫਕੀਰ, ਝੂਠ ਦੀ ਦੁਕਾਨ ਹੈ। ਇਹ 3-4 ਸਦੀਆਂ ਤੋਂ ਚੱਲੀ ਆ ਰਹੀ ਹੈ। ਇਹਦਾ ਮਤਲਬ ਹੈ ਕਿ ਗੁਰੂ ਸਾਹਿਬ ਜਿਹੜਾ ਸਟੇਟ ਦੇ ਲਈ ਖਤਰਨਾਕ ਮੁਜਰਮ ਆ। ਹੁਣ ਜੇ ਤੁਸੀਂ ਇਸ ਗੱਲ ਨੂੰ ਪੜ੍ਹੋ, ਗੁਰੂ ਸਾਹਿਬ ਮੁਜਰਮ, ਇਹਦਾ ਮਤਲਬ ਹੈ ਕਿ ਗੁਰੂ ਸਾਹਿਬ ਦਾ ਸਾਡੀ ਇੱਕ ਹਿਸਟਰੀ ਵਿੱਚ ਥਾਂ ਹੈ ਜਿਹਦੇ ਤੋਂ ਬਾਦਸ਼ਾਹ ਨੂੰ ਡਰ ਲੱਗ ਰਿਹਾ। ਅਤੇ ਗੁਰੂ ਸਾਹਿਬ ਕਿੱਡੀ ਕਮਾਲ ਦੀ ਸ਼ਖਸੀਅਤ ਨੇ। ਔਰ ਹਾਂ, ਤੁਸੀਂ ਦੇਖੋ ਉਹਨੂੰ ਮੁਗਲਾਂ ਤੋਂ, ਉਹਨੂੰ ਜਿਹੜਾ ਰਾਜਪੂਤਾਂ ਤੋਂ ਡਰ ਨਹੀਂ ਲੱਗ ਰਿਹਾ, ਮੁਗਲ ਹਕੂਮਤ ਨੂੰ, ਉਹਨੂੰ ਉਸ ਕੀ ਕਹਿੰਦੇ ਨੇ ਜਿਹੜੇ ਮਹਾਰਾਸ਼ਟਰੀਆਂ ਤੋਂ ਡਰ ਨਹੀਂ ਲੱਗ ਰਿਹਾ, ਜਿਨ੍ਹਾਂ ਨੂੰ ਮਰਾਠੇ ਕਹਿ ਰਹੇ ਆ। ਉਹਨੂੰ ਡਰ ਸਿਰਫ ਗੁਰੂ ਅਰਜਨ ਦੇਵ ਜੀ ਦੀ ਵਿਚਾਰਧਾਰਾ ਤੋਂ ਹੈ। ਉਹ ਕਹਿੰਦੇ ਕਈ ਜਿਹੜੇ ਮੁਸਲਮਾਨ ਆ ਗੁਰੂ ਦੇ ਚਰਨੀ ਲੱਗ ਰਹੇ ਨੇ, ਕਈ ਹਿੰਦੂ ਜਿਹੜੇ ਨੇ ਗੁਰੂ ਦੇ ਚਰਨੀ ਲੱਗ ਰਹੇ ਨੇ, ਔਰ ਉਸ ਮੁਗਲ ਸਾਮਰਾਜ ਨੂੰ ਗੁਰੂ ਅਰਜਨ ਦੇਵ ਤੇ ਤੋਂ ਡਰ ਲੱਗ ਰਿਹਾ। ਇਹਦਾ ਮਤਲਬ ਗੁਰੂ ਅਰਜਨ ਦੇਵ ਮਹਾਨ ਸ਼ਖਸੀਅਤ ਨੇ। ਹੁਣ ਇਹ ਇਤਿਹਾਸ ਨੂੰ ਪੜ੍ਹਨ ਦਾ ਢੰਗ ਆ ਵੀ ਸਾਡੇ ਕੋਲ ਸਾਫ਼ ਗੱਲ ਇਹ ਆ ਗਈ ਕਿ ਉਹ ਜਹਾਂਗੀਰ ਨੇ ਆਪਣੇ ਆਪ ਇਹਨਾਂ ਗੱਲਾਂ ਦਾ ਅਧਿਐਨ ਨਹੀਂ ਕੀਤਾ, ਉਹਦੇ ਕੰਨ ਭਰੇ ਗਏ। ਕੌਣ ਲੋਕ ਕੰਨ ਭਰਨ ਵਾਲੇ ਸਨ? ਜਿਨ੍ਹਾਂ ਵਿੱਚ ਗੁਰੂ ਸਾਹਿਬ ਨੇ ਉਹ ਮਲਾਣੇ, ਉਹ ਬ੍ਰਾਹਮਣਵਾਦੀ ਲੋਕ, ਜਿਨ੍ਹਾਂ ਦੇ ਵਿਰੁੱਧ ਗੁਰੂ ਸਾਹਿਬ ਨੇ ਕਈਆਂ ਗੱਲਾਂ ਕਿ ਇਹ ਨਫ਼ਰਤ ਫੈਲਾਉਣ ਵਾਲੇ ਲੋਕ ਨੇ। ਅਸੀਂ ਸਰਬੱਤ ਦੇ ਭਲੇ ਦਾ ਸਮਾਜ ਸਿਰਜਣਾ, ਜਿਹੜਾ ਸਰਬੱਤ ਦੇ ਭਲੇ ਦੇ ਸਮਾਜ ਦੀ ਸਿਰਜਣਾ ਹੈ, ਉਹ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਾਰਨ ਬਣਦੀ ਹੈ। ਹੁਣ ਜਿਹੜਾ ਉਹ ਇਤਿਹਾਸ ਤੇ ਜਾਂ ਸਾਹਿਤ ਜਿਹੜਾ ਉਸ ਵੇਲੇ ਦੀ ਹਕੂਮਤ ਨੇ ਜਿਹੜਾ ਉੱਥੇ ਸਾੜ ਦਿੱਤਾ ਜਾਂ ਚੁੱਕ ਕੇ ਲੈ ਗਏ, ਤੁਹਾਨੂੰ ਐਂ ਲੱਗਦਾ ਕਿ ਉਹਦੇ ਪਿੱਛੇ ਉਹਨਾਂ ਦੀ ਇਹ ਮਨਸ਼ਾ ਹੈ ਵੀ ਸਿੱਖ ਉਹਨਾਂ ਤੋਂ ਕਿਤੇ ਸੇਧ ਲੈ ਕੇ ਹਕੂਮਤਾਂ ਦੇ ਖਿਲਾਫ ਤੇ ਆਪਣੇ ਹੱਕਾਂ ਦੇ ਪ੍ਰਤੀ ਆਪਣੇ ਇਤਿਹਾਸ ਤੋਂ ਪ੍ਰੇਰਨਾ ਨਾ ਲੈ ਸਕਣ? ਇਹ ਵਜ੍ਹਾ ਹੋ ਸਕਦੀ ਹੈ? ਨਹੀਂ, ਇਤਿਹਾਸ ਜਿਹੜਾ ਤੁਹਾਡਾ ਸਾਹਿਤ ਹੈ ਉਹ ਤੁਹਾਡੀ ਅਮੀਰੀ ਦਾ ਇੱਕ ਦਰਜਾ ਹੁੰਦਾ, ਉਸ ਨੂੰ ਮਿਟਾ ਦਿੱਤਾ ਜਾਂਦਾ, ਜਿਵੇਂ ਬੁੱਧ ਧਰਮ ਦਾ ਮਿਟਾ ਦਿੱਤਾ ਗਿਆ। ਇਹੋ ਜਿਹੀਆਂ ਸ਼ਰਾਰਤਾਂ ਤੇ ਹਰ ਹਕੂਮਤਾਂ ਕਰਦੀਆਂ ਹੁੰਦੀਆਂ ਨੇ, ਸ਼ਰਾਰਤੀ ਲੋਕ ਕਰਦੇ ਨੇ। ਅਤੇ ਇੱਦਾਂ ਵੀ ਹੋ ਸਕਦਾ ਜਿਵੇਂ RSS ਬਾਰੇ ਆਮ ਹੀ ਕਿਹਾ ਜਾਂਦਾ ਹੈਗਾ ਕਿ ਉਹ ਇੱਕ ਇੱਦਾਂ ਦਾ ਸਾਹਿਤ ਲਿਖ ਕੇ ਲੋਕਾਂ ਦੇ ਵਿੱਚ ਪ੍ਰਚਾਰ ਰਹੇ ਆ ਜਿਹੜਾ ਕਿ ਸਿੱਖ ਧਰਮ ਦੇ, ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਹੈਗਾ। ਕੀ ਇੱਦਾਂ ਵੀ ਹੋ ਸਕਦਾ ਕਿ ਜਿਹੜਾ ਉਹ ਸਾਹਿਤ ਉਹ ਲੈ ਗਏ ਹੈਗੇ ਆ, ਹੁਣ ਜੇ ਮੰਗ ਉੱਠਦੀ ਆ ਕਿ ਵਾਪਸ ਕੀਤਾ ਜਾਵੇ, ਉਹਦੇ ਵਿੱਚ ਕੁਝ ਮਿਲਾਵਟ ਕਰਕੇ ਆਪਣੇ ਤਰੀਕੇ ਦੇ ਨਾਲ ਉਹ ਤੁਹਾਨੂੰ ਵਾਪਸ ਕਰ ਸਕਦੇ ਆ, ਤਾਂ ਕਿ ਤੁਹਾਡੀ ਨਵੀਂ ਪੀੜ੍ਹੀ ਇਹ ਸੋਚੇ ਕਿ ਸਾਡਾ ਜਿਹੜਾ ਪਿਛੋਕੜ ਹੈਗਾ ਉਹ ਇੱਦਾਂ ਦਾ ਨਹੀਂ ਸੀ, ਇੱਦਾਂ ਦਾ ਆ ਜਿੱਦਾਂ ਦਾ ਹੁਣ ਸਾਡੇ ਕੋਲ ਆਇਆ ਵਾਪਸ? ਦੇਖੋ, ਜਿਹੜੀ ਸਾਡੇ ਕੋਲ ਸੇਧ ਲੈਣ ਦੀ ਸਭ ਤੋਂ ਜ਼ਰੂਰੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੈ। ਇਸ ਗੱਲ ਨੂੰ ਧਿਆਨ ਦੇ ਨਾਲ ਸਮਝ ਲੈਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੀ ਇਤਿਹਾਸ ਸਿਰਜਦੀ ਹੈ। ਗੁਰੂਆਂ ਦੀ ਵਿਚਾਰਧਾਰਾ 'ਤੇ ਜੇ ਅਸੀਂ ਪਹਿਰਾ ਦਿੱਤਾ ਤਾਂ ਇਤਿਹਾਸ ਸਿਰਜਿਆ ਗਿਆ। ਹੁਣ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਪਹਿਰਾ ਦਾਂਗੇ ਤੇ ਇਤਿਹਾਸ ਸਿਰਜਿਆ ਜਾਏਗਾ। ਜਿੱਦਾਂ ਇਤਿਹਾਸ ਦੀ ਮਹੱਤਤਾ ਦੱਸ ਕੇ ਹਟਿਆ, ਉਹ ਇਤਿਹਾਸ ਦੀ ਮਹੱਤਤਾ ਵੀ ਤਾਂ ਇਤਿਹਾਸ ਦੀ ਮਹੱਤਤਾ ਤੋਂ ਜ਼ਿਆਦਾ ਫਿਲਾਸਫੀ ਦੀ ਮਹੱਤਤਾ ਹੁੰਦੀ ਹੈ। ਅਤੇ ਇਤਿਹਾਸ ਵਿੱਚ ਕਈ ਤਰੁੱਟੀਆਂ ਨੇ। ਹੁਣ ਅੱਜ ਤੱਕ ਤੁਸੀਂ ਖਲਨਾਇਕ ਸਿੱਧ ਕਰਦੇ ਰਹੇ ਹੋ। ਉਦੋਂ ਕਿਹੜਾ ਇਹ ਹਕੂਮਤਾਂ ਸਨ? ਉਦੋਂ ਤੇ ਅੰਗਰੇਜ਼ ਦੀ ਹਕੂਮਤ ਸੀ। ਜਦੋਂ ਦਾ ਬੰਦਾ ਸਿੰਘ ਬਹਾਦਰ ਨੂੰ ਬਦਨਾਮ ਕੀਤਾ ਗਿਆ 18ਵੀਂ ਸਦੀ ਦੇ ਦੌਰਾਨ, ਉਸ ਵੇਲੇ ਵੀ ਬਦਨਾਮ ਕੀਤਾ ਗਿਆ। ਔਰ ਉਹਦੇ ਬਦਲੇ ਜਿਹੜਾ ਬੰਦਾ ਸਿੰਘ ਬਹਾਦਰ ਦੇ ਸਮੇਂ ਬਾਬਾ ਵਿਨੋਦ ਸਿੰਘ ਨੂੰ ਉਹਨੂੰ ਮਹਾਨ ਯੋਧਾ ਦੱਸਿਆ ਗਿਆ, ਬੰਦਾ ਸਿੰਘ ਬਹਾਦਰ ਨੂੰ ਗੁਰੂ ਤੋਂ ਟੁੱਟਿਆ ਦੱਸਿਆ ਗਿਆ। ਜਦ ਕਿ ਬੰਦਾ ਤੂਫਾਨ ਵਾਂਗ ਪੰਜਾਬ ਵਿੱਚ ਆਇਆ, ਗੁਰੂ ਦਾ ਬੰਦਾ ਸੀ, ਗੁਰੂ ਦਾ ਹੁਕਮ ਨਿਭਾਇਆ, ਗੁਰੂ ਦਾ ਰਾਜ ਉਹਨੇ ਸਥਾਪਿਤ ਕੀਤਾ। ਐਡੀ ਵੱਡੀ ਮੁਗਲ ਹਕੂਮਤ ਨੂੰ ਉਹਨੇ ਤੋੜ ਭੰਨ ਕੇ ਰੱਖ ਦਿੱਤਾ ਅਤੇ ਅੰਤ ਤੱਕ ਉਹ ਜਿਹੜਾ ਸਿਦਕ ਨਹੀਂ ਹਾਰਿਆ ਔਰ ਸ਼ਹਾਦਤ ਪਾ ਗਿਆ। ਉਹਨੇ ਆਪਣੇ ਬੇਟੇ ਦੀ ਵੀ ਜਿਹੜੀ ਉਹ ਕੁਰਬਾਨੀ ਦਿੱਤੀ, ਆਪਣੀ ਪਤਨੀ ਦੀ ਵੀ ਕੁਰਬਾਨੀ ਦਿੱਤੀ। ਗੁਰੂ ਵਾਂਗ ਉਹਨੇ ਸਰਬੰਸ ਵਾਰ ਦਿੱਤਾ। ਕਿਹਦੇ ਲਈ ਵਾਰਿਆ? ਖਾਲਸਾ ਪੰਥ ਦੇ ਲਈ, ਖਾਲਸਾ ਰਾਜ ਦੇ ਲਈ। ਪਰ ਉਹ ਖਲਨਾਇਕ ਬਣਾ ਦਿੱਤਾ ਗਿਆ। ਕਾਹਦੇ ਲਈ? ਕਿੰਨਾ ਨੇ ਬਣਾਇਆ? ਇਹ ਜਿਹੜਾ ਇਤਿਹਾਸ ਜੋ ਲਿਖਿਆ ਗਿਆ ਇਹਦੇ ਵਿੱਚ ਵੀ ਜਿਹੜੇ ਨੇ ਦੁਸ਼ਮਣਾਂ ਦੇ ਪ੍ਰਭਾਵ
ਜਿਉਂਦੇ ਸਨ। ਅੱਜ ਉਹ ਗੱਲ ਆਈ ਕਿ ਸਾਨੂੰ ਦੁਬਾਰਾ ਮੌਕਾ ਮਿਲਿਆ। ਇਤਿਹਾਸ ਨੂੰ ਇਹ ਠੀਕ ਹੈ ਕਿ ਤੁਹਾਡੀਆਂ ਪੈਰਲ ਜਮਾਤਾਂ ਕੰਮ ਕਰਦੀਆਂ ਹੁੰਦੀਆਂ, ਉਹਦੇ ਲਈ ਇਤਿਹਾਸਕਾਰਾਂ ਦਾ ਫਰਜ਼ ਹੁੰਦਾ, ਲੇਖਕਾਂ ਦਾ ਫਰਜ਼ ਹੁੰਦਾ ਕਿ ਅਸੀਂ ਉਹ ਚਿੰਤਾ ਨੂੰ ਸੋਚਦੇ ਹੋਏ, ਚਿੰਤਾ ਕਰਦਿਆਂ ਹੋਇਆਂ ਅਸੀਂ ਆਪਣੇ ਇਤਿਹਾਸ ਦੀ ਕਿਵੇਂ ਸਿਰਜਣਾ ਕਰਨੀ ਹੈ, ਇਤਿਹਾਸ ਨੂੰ ਕਿਵੇਂ ਸੋਹਣੇ ਢੰਗ ਨਾਲ ਲਿਖਣਾ। ਇਹ ਹਰੇਕ ਸਿੱਖ ਦਾ ਫਰਜ਼ ਬਣਦਾ ਹੈ ਕਿ ਚੰਗੀਆਂ ਇਤਿਹਾਸਕ ਕਿਤਾਬਾਂ ਨੂੰ ਪੜ੍ਹਨਾ, ਆਪਣੇ ਇਤਿਹਾਸ ਨਾਲ ਜੁੜੇ ਰਹਿਣਾ, ਤਾਂ ਹੀ ਇਤਿਹਾਸ ਦੀ ਕੀਮਤ ਪੈਂਦੀ ਹੈ। ਜੇਕਰ ਅਸੀਂ ਆਪਣਾ ਇਤਿਹਾਸ ਨਹੀਂ ਪੜ੍ਹਦੇ, ਤੁਹਾਡੀਆਂ ਜਿਹੜੀਆਂ ਕਿਤਾਬਾਂ, ਤੁਹਾਡੀਆਂ ਪੁਸਤਕਾਂ, ਤੁਹਾਡਾ ਸਾਹਿਤ ਸਭ ਕੁਝ ਗੁਆਚ ਜਾਏਗਾ। ਅਸੀਂ ਗੁਰਬਾਣੀ ਪੜ੍ਹੀ ਜਾਈਏ ਇਹਦੇ ਕੋਈ ਅਰਥ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਵੀ ਕੋਈ ਅਰਥ ਨਹੀਂ ਰਹੇਗਾ। ਗੁਰੂ ਗ੍ਰੰਥ ਸਾਹਿਬ ਦਾ ਉਦੋਂ ਅਰਥ ਬਣਦੇ ਨੇ ਜਦੋਂ ਅਸੀਂ ਪੜ੍ਹਦੇ ਹਾਂ ਅਸੀਂ ਸਮਾਜ ਦੇ ਉੱਤੇ, ਰਾਜਨੀਤੀ ਦੇ ਉੱਤੇ ਔਰ ਪੂਰੇ ਸੁਸਾਇਟੀ ਉੱਤੇ, ਪੂਰੇ ਵਿਸ਼ਵ ਦੇ ਉੱਤੇ ਅਸੀਂ ਜਦੋਂ ਉਹ ਆਪ ਗੁਰੂ ਦੇ ਸਿੱਖ ਬਣ ਕੇ ਹੁਕਮ ਲਾਗੂ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਆਪਣੇ ਆਪ ਪ੍ਰਗਟ ਹੁੰਦੀ ਹੈ। ਪ੍ਰੋਫੈਸਰ ਸਾਹਿਬ, ਜੇ ਤੁਸੀਂ ਗੱਲ ਕਰ ਰਹੇ ਸੀਗੇ ਤਾਂ ਮੈਨੂੰ ਤੁਹਾਡੀ ਪੁਰਾਣੀ ਕੋਈ ਗੱਲ ਇੱਦਾਂ ਦੀ ਯਾਦ ਆ ਰਹੀ ਸੀਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਸ ਵੇਲੇ ਦੀ ਹਕੂਮਤ ਨੇ ਬਦਨਾਮ ਵੀ ਕੀਤਾ ਔਰ ख़त्म ਵੀ ਕੀਤਾ, ਸਾਰਾ ਕੁਝ ਕੀਤਾ, ਜਦੋਂ ਕਿ ਉਹ ਇੱਕ ਯੋਧਾ ਸੀ ਆਪਣੀ ਕੌਮ ਦੇ ਵਾਸਤੇ, ਪੰਜਾਬ ਦੇ ਵਾਸਤੇ ਉਹਨੇ ਬਹੁਤ ਜ਼ਿਆਦਾ ਕੰਮ ਕੀਤਾ, ਪਹਿਲਾ ਸਿੱਖ ਰਾਜ ਵੀ ਕਾਇਮ ਕੀਤਾ, ਇੱਦਾਂ ਵੀ ਕਹਿੰਦੇ ਹੈਗੇ ਆ। ਕੀ ਐਵੇਂ ਨਹੀਂ ਲੱਗਦਾ ਹੈਗਾ ਤੁਹਾਨੂੰ ਕਈ ਵਾਰ ਪੇ ਸੰਤ ਭਿੰਡਰਾਂ ਵਾਲਿਆਂ ਨਾਲ ਵੀ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਬੀਤੀ ਹੋਈ? ਅਸੀਂ ਕਹਿ ਸਕਦੇ ਹਾਂ, ਇਹ ਗੱਲ ਕਹਿ ਸਕਦੇ ਹਾਂ ਬਈ ਉਹਨੂੰ ਵੀ ਬਦਨਾਮ ਕੀਤਾ ਗਿਆ। ਉਹਦਾ ਇੱਕ ਸੰਤ ਸਨ ਅਤੇ ਰਾਜਨੀਤੀ ਵਿੱਚ ਲੈ ਆਉਂਦਾ। ਰਾਜਨੀਤੀ 'ਚ ਕਿਹਨੇ ਲਿਆਂਦਾ? ਇਹ ਜਿਹੜਾ ਇਹ ਇਤਿਹਾਸ ਦਾ ਵਿਸ਼ਾ ਔਰ ਇਤਿਹਾਸ ਦੀ ਪਰਖ ਸਾਨੂੰ ਕਰਨੀ ਆਉਣੀ ਚਾਹੀਦੀ। ਪ੍ਰੋਫੈਸਰ ਸਾਹਿਬ, ਅੱਜ 36 ਵਰ੍ਹੇ ਬੀਤ ਚੁੱਕੇ ਨੇ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਹਮਲਾ ਹੋਇਆ ਸੀਗਾ। ਸਿੱਖ ਉਹਨੂੰ ਭੁੱਲਣ ਨੂੰ ਤਿਆਰ ਨਹੀਂ ਹੈਗੇ। ਹਰੇਕ ਵਰ੍ਹੇ ਉੱਥੇ ਯਾਦ ਵੀ ਮਨਾਈ ਜਾਂਦੀ ਹੈਗੀ ਆ, ਸਿੱਖ ਵੱਡੀ ਗਿਣਤੀ ਵਿੱਚ ਉੱਥੇ ਇਕੱਠੇ ਹੁੰਦੇ ਹੈਗੇ ਆ। ਕੀ ਲੱਗਦਾ ਤੁਹਾਨੂੰ ਕਿ ਭਵਿੱਖ ਕੀ ਹੋਏਗਾ ਕੌਮ ਦਾ? ਕੌਮ ਜਾਂ ਕੌਮ ਦੇ ਆਗੂ ਉਹਦੇ ਵਿੱਚੋਂ ਕੀ ਕੱਢਣਾ ਚਾਹੁੰਦੇ ਹੈਗੇ ਆ ਵੀ ਜੋ ਕੁਛ ਵਾਪਰਿਆ ਸੀਗਾ, ਜਾਂ ਕੀ ਕੱਢਿਆ ਜਾਣਾ ਚਾਹੀਦਾ ਹੁੰਦਾ ਵੀ ਅੱਗੇ ਕੀ ਹੋਵੇ? ਦੇਖੋ, ਇਹ ਜੋ ਬੀਤਿਆ ਉਹ ਸਾਡੇ ਸੰਤਾਪ ਦਾ ਵਿਸ਼ਾ ਹੈ। ਉਹ ਸਾਡੇ ਇੱਕ ਘੱਲੂਘਾਰਿਆਂ ਦੇ ਵਿੱਚ ਸ਼ਾਮਲ ਹੋ ਗਿਆ। ਅਸੀਂ ਕਹਿ ਸਕਦੇ ਹਾਂ ਕਿ ਸਾਡੇ 5 ਘੱਲੂਘਾਰੇ ਨੇ। ਪਹਿਲਾ ਵੱਡਾ ਘੱਲੂਘਾਰਾ, ਦੂਜਾ ਛੋਟਾ ਘੱਲੂਘਾਰਾ, ਤੀਜਾ ਜਿਹੜਾ 47 ਦਾ ਘੱਲੂਘਾਰਾ, ਚੌਥਾ ਜਿਹੜਾ ਉਹ ਇਹ ਜੂਨ 84 ਦਾ ਘੱਲੂਘਾਰਾ, ਅਤੇ ਪੰਜਵਾਂ ਜਿਹੜਾ ਉਹ ਨਵੰਬਰ 84 ਦਾ ਘੱਲੂਘਾਰਾ। ਔਰ ਹਰੇਕ ਘੱਲੂਘਾਰੇ ਤੋਂ ਸਿੱਖ ਪੰਥ ਨੇ ਸੇਧ ਲਈ ਹੈ, ਪਰ ਆਹ ਜਿਹੜੇ 2 ਘੱਲੂਘਾਰੇ ਨੇ ਅਸੀਂ ਉਹਨਾਂ ਤੋਂ ਸੇਧ ਲੈਣ ਤੋਂ ਅਸਮਰੱਥ ਹੋਏ ਹਾਂ। ਔਰ ਇੱਥੇ ਸਿੱਖ ਤੇ ਵੱਡੀ ਗਿਣਤੀ 'ਚ ਬਹੁਤ ਜ਼ਿਆਦਾ ਉਹ ਇਹ ਸਮਝਦੇ ਹੈਗੇ ਕਿ ਸੰਤ ਭਿੰਡਰਾਂ ਵਾਲਿਆਂ ਨੇ ਕਿਹਾ ਸੀਗਾ ਕਿ ਜੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਸਿੱਖ ਕਈ ਵਾਰ ਐਵੇਂ ਵੀ ਸੋਚਦੇ ਹੈਗੇ ਆ ਕਿ ਆਪਾਂ ਇਹਦੇ ਵਿੱਚੋਂ ਇਹ ਕੱਢਣਾ ਚਾਹੁੰਦੇ ਹਾਂ ਕਿ ਆਪਾਂ ਆਜ਼ਾਦੀ ਦੇ ਰਾਹੇ ਪੈ ਜਾਈਏ, ਸਾਡੀ ਭਾਰਤ ਸਰਕਾਰ ਦੇ ਨਾਲ ਹੁਣ ਅਸੀਂ ਇਹਨਾਂ ਦੇ ਨਾਲ ਨਹੀਂ ਰਹਿ ਸਕਦੇ। ਕੀ ਤੁਹਾਨੂੰ ਲੱਗਦਾ ਕਿ ਇਹ ਚੀਜ਼ ਕੱਢੀ ਜਾਣੀ ਚਾਹੀਦੀ ਹੈ ਇਹਦੇ ਵਿੱਚੋਂ, ਜਾਂ ਕਿ ਕੁਝ ਹੋਰ ਕੀਤੇ ਜਾਣ ਦੀ ਲੋੜ ਆ ਸਿੱਖਾਂ ਨੂੰ? ਸਿੱਖ ਤਾਂ ਸੁਰੱਖਿਅਤ ਰਹਿ ਸਕਦੇ ਆ ਇੱਥੇ ਪੰਜਾਬ ਦੇ ਵਿੱਚ। ਮੇਰੀ ਵਿਚਾਰਧਾਰਾ ਥੋੜ੍ਹੀ ਵੱਖਰੀ ਆ ਜੀ। ਮੈਂ ਇਹ ਸੋਚਦਾ ਕਿ ਸਾਡਾ ਜਿਹੜਾ ਦਬੇ ਕੁਚਲੀਆਂ ਜਮਾਤਾਂ ਦੇ ਨਾਲ ਇੱਕ ਵਧੀਆ ਰਿਸ਼ਤਾ ਹੋਣਾ ਚਾਹੀਦਾ। ਸਾਡਾ ਜਿਹੜਾ ਥਲਵੇਂ ਹਿੰਦੂ ਧਰਮ ਦੇ ਨਾਲ ਵੀ ਜਿਹੜੇ ਚੰਗੇ ਨੇ, ਨਿਰਪੱਖ ਸੋਚਣੀ ਵਾਲੇ ਨੇ, ਜਿਹੜੇ ਸਿੱਖਾਂ ਨੂੰ ਪਿਆਰ ਵੀ ਕਰਦੇ ਨੇ, ਸਾਡਾ ਉਹਨਾਂ ਦੇ ਨਾਲ ਵੀ ਇੱਕ ਚੰਗਾ ਤਾਲੁਕਾਤ ਹੋਣਾ ਚਾਹੀਦਾ। ਮੁਸਲਮਾਨ ਭਾਈਚਾਰੇ ਨਾਲ ਵੀ ਹੋਣਾ ਚਾਹੀਦਾ। ਪਰ ਜਿੰਨਾ ਚਿਰ ਤੱਕ ਤੁਸੀਂ ਰਾਜਨੀਤਿਕ ਤੌਰ 'ਤੇ ਜਥੇਬੰਦ ਨਹੀਂ ਹੁੰਦੇ, ਉਹਨਾਂ ਚਿਰ ਤੱਕ ਤੁਹਾਡੀ ਕੋਈ ਸੇ ਨਹੀਂ ਹੋਣੀ। ਮੰਨ ਲਓ ਪਰ 5 ਵਾਰ ਰਾਜ ਕੀਤਾ ਸਿੱਖਾਂ ਨੇ, ਕਹਿਣ ਨੂੰ ਬਾਦਲ ਕਿਆ ਨੇ ਰਾਜ ਕੀਤਾ 5 ਸਾਲ। ਗੱਲ ਤੁਹਾਨੂੰ ਨੋਟ ਕਰਦਾ, ਅੱਜ ਜਿਹੜੀ ਮੁਸਲਮਾਨ ਸ਼ਿਕਾਰ ਬਣਾਏ ਜਾ ਰਹੇ ਨੇ, ਠੀਕ ਹੈ, ਜਿਹੜਾ ਗਾਂ ਦੇ ਨਾਂ 'ਤੇ ਜਿਹੜਾ ਸੀ ਉਹ ਕਈ ਗ੍ਰਿਫਤਾਰੀਆਂ ਵੀ ਹੋਈਆਂ ਨੇ, ਦਲਿਤਾਂ ਨੂੰ ਵੀ ਕੁੱਟਿਆ ਗਿਆ ਔਰ ਮੁਸਲਮਾਨਾਂ ਦੇ ਨਾਲ ਵੀ ਜਿਹੜਾ ਦਬਾਇਆ ਗਿਆ। ਹੁਣ ਤੁਸੀਂ ਦੇਖੋ ਕਿ ਇਹ ਇੱਕ ਹਿੰਦੂ ਰਾਸ਼ਟਰਵਾਦੀ ਧਾਰਨਾ ਵੀ ਨਾਲੋਂ ਨਾਲ ਪੈਰਲ ਜਿਹੜੀ ਉਹ ਚਲਾਈ ਜਾ ਰਹੀ ਹੈ। ਤਾਂ ਜੇਕਰ ਇਹ ਘੱਟ ਗਿਣਤੀ ਇਕੱਠੇ ਹੋ ਜਾਂਦੇ ਨੇ, ਦਬੇ ਕੁਚਲੇ ਲੋਕ, ਬਹੁਜਨ ਭਾਈਚਾਰਾ, ਜਾਂ ਅਸੀਂ ਕਹਿ ਲਈਏ ਕਿ ਟੋਟਲੀ ਜਿਹੜਾ ਇਹ ਨਿਰਪੱਖ ਹਿੰਦੂ, ਉਹ ਇੱਕ ਥਾਂ 'ਤੇ ਇਕੱਠੇ ਹੋ ਕੇ ਇੱਕ ਰਾਜਨੀਤਿਕ ਤੌਰ 'ਤੇ ਐਕਟ ਕਰਦੇ ਨੇ, ਤਾਂ ਜਿਹੜੀਆਂ ਵੀ ਸਿਆਸੀ ਜਮਾਤਾਂ ਹੋਣਗੀਆਂ ਉਹ ਇੱਧਰ ਝੁਕਣਗੀਆਂ ਬਈ ਇਹਨਾਂ ਦਾ ਪੱਖ ਜਿਹੜਾ ਭਾਰੀ ਹੈ, ਅਤੇ ਸਾਨੂੰ ਸਤਾ ਜਿਹੜੀ ਹੈ ਸਿਆਸੀ ਜਿਹੜੀ ਹੈ ਉਹ ਗੱਲ ਇੱਧਰ ਦੀ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਲੱਗਦਾ ਕਿ ਭਾਰਤ ਸਰਕਾਰ ਦੇ ਉੱਪਰ ਜਿਹੜੇ ਲੋਕ ਕਾਬਜ਼ ਨੇ ਉਹ ਠੀਕ ਨਹੀਂ ਹੈਗੇ? ਭਾਰਤੀ ਸੰਵਿਧਾਨ, ਭਾਰਤੀ ਕਾਨੂੰਨ ਠੀਕ ਹੈਗਾ ਅਤੇ ਵਧੀਆ ਲੋਕਾਂ ਨੂੰ ਮੋਹਰੇ ਆ ਕੇ ਅਤੇ ਉਹ ਸੱਤਾ ਸੰਭਾਲਣੀ ਚਾਹੀਦੀ ਹੈ, ਇੱਦਾਂ ਕਹਿਣਾ ਚਾਹੁੰਦੇ ਹੋ?
ਮੈਂ ਬਿਲਕੁਲ ਇਦਾਂ ਕਹਿਣਾ ਚਾਹੁੰਦਾ ਵੀ ਜਿੱਥੇ ਵੀ ਤੁਸੀਂ ਜਾਓਗੇ, ਜਿੰਨਾ ਚਿਰ ਤੱਕ ਤੁਸੀਂ ਚੰਗੇ ਲੋਕ ਨਹੀਂ ਲਿਆਓਗੇ, ਤੁਹਾਡਾ ਵੋਟ ਬੈਂਕ ਜੇ ਵਿਕਾਊ ਹੈ ਔਰ ਤੁਸੀਂ ਹਰੇਕ ਥਾਂ ਤੇ ਇਦਾਂ ਕਰੋਗੇ। ਤੁਹਾਡੇ ਕਿਰਦਾਰ ਦੇ ਵਿੱਚ ਆਪਣੀ ਅਜਿਹੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਤੁਸੀਂ ਜਿਹੜਾ ਇਹਨਾਂ ਗੰਦ ਨੂੰ, ਜਿਹੜਾ ਸਮਾਜ ਦੇ ਵਿੱਚ ਗੰਦ ਪਾ ਰਹੇ ਨੇ, ਜੇ ਸਮਾਜ 'ਚ ਨਫ਼ਰਤ ਫੈਲਾ ਰਹੇ ਨੇ, ਉਹਨਾਂ ਨੂੰ ਪਰੇ ਹਟਾਇਆ ਜਾਵੇ। ਔਰ ਤੁਹਾਡੀ ਵੋਟ ਜਿਹੜੀ ਨਸ਼ਿਆਂ ਦੇ ਖਾਤਰ ਨਹੀਂ ਵਿਕਣੀ ਚਾਹੀਦੀ। ਔਰ ਸਾਨੂੰ ਇਹ ਲਗਾਤਾਰ ਇਹ ਇੱਕ ਜਿਹੜੀ ਹੈ ਵਿਚਾਰਧਾਰਕ ਤੌਰ 'ਤੇ ਯੁੱਧ ਹੈ, ਔਰ ਇਸ ਵਿਚਾਰਧਾਰਕ ਯੁੱਧ ਵਿੱਚ ਹਿੱਸਾ ਪਾਉਣਾ ਚਾਹੀਦਾ। ਮੇਰਾ ਕੋਈ ਵਿਰੋਧ ਉਹਨਾਂ ਲੋਕਾਂ ਨਾਲ ਨਹੀਂ ਜੋ ਇਹ ਕਹਿੰਦੇ ਨੇ ਕਿ ਵੀ ਅਸੀਂ ਜਿਹੜਾ ਖਾਲਿਸਤਾਨ ਬਣਾਉਣਾ ਚਾਹੁੰਦੇ ਹਾਂ। ਉਹ ਆਪਣਾ ਕੰਮ ਕਰਦੇ ਨੇ ਤੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪਰ ਮੇਰੀ ਜਿਹੜੀ ਸੋਚ ਹੈ ਉਹ ਇਹੀ ਹੈ ਕਿ ਭਾਰਤ ਜਿਹੜਾ ਇੱਥੇ ਬਿਨਾਂ ਨੁਕਸਾਨ ਦੇ ਅਸੀਂ ਇਹ ਐਕਟ ਨਿਭਾਈਏ ਤਾਂ ਉਹ ਇੱਕ ਵੱਡੀ ਗੱਲ ਹੈ, ਕਿਉਂਕਿ ਸਾਰੇ ਲੋਕ ਉਹ ਦੁਖੀ ਹੋ ਜਾਂਦੇ ਨੇ, ਕਿਉਂਕਿ ਇਹਦੇ ਰਾਹੀਂ ਭ੍ਰਿਸ਼ਟਾਚਾਰ ਫੈਲਾਇਆ ਜਾਂਦਾ ਹੈ। ਲੋਕ ਇਹ ਜਿਹੜੇ ਸਿਆਸੀ ਲੋਕ ਨੇ ਆਪਣੀਆਂ ਤੰਜੋਰੀਆਂ ਭਰਦੇ ਨੇ, ਬਹੁਤ ਕੁਝ ਅਜਿਹਾ ਹੁੰਦਾ ਹੈ ਜਿਹੜਾ ਸਾਨੂੰ ਪਤਾ ਵੀ ਨਹੀਂ ਲੱਗਦਾ, ਸਾਡੇ ਦਿਮਾਗੋਂ ਬਾਹਰ ਗੱਲ ਹੁੰਦੀ ਹੈ। ਅੱਜ ਵੀ ਤੁਸੀਂ ਦੇਖ ਲਓ ਵੀ ਕੀ ਵਾਪਰ ਕੀ ਰਿਹਾ। ਲੋਕਾਂ ਦੀਆਂ ਇੰਨੀਆਂ ਨੌਕਰੀਆਂ ਚਲੀਆਂ ਗਈਆਂ, ਲੋਕਾਂ ਦੇ ਕਰੋਨਾ ਯੁੱਗ ਦੇ ਦੌਰਾਨ ਲੋਕ ਆਤਮ ਹੱਤਿਆ ਵੀ ਕਰ ਰਹੇ ਨੇ, ਲੋਕਾਂ ਦੇ ਕੋਲ ਮੈਡੀਕਲ ਸਹੂਲਤਾਂ ਵੀ ਨਹੀਂ ਗਈਆਂ, ਹਸਪੀਟਲ ਜਿਹੜੇ ਨੇ ਖਾਲੀ ਭਾਂ ਕਰਦੇ, ਉਹਨਾਂ ਦੇ ਚੰਗੇ ਇੰਤਜ਼ਾਮ ਵੀ ਨਹੀਂ ਗਏ, ਡਾਕਟਰ ਵੀ ਰੌਲਾ ਪਾ ਰਹੇ ਨੇ, ਸਾਰੇ ਪਾਸੇ ਇਹ ਕੁਝ ਵਾਪਰ ਰਿਹਾ। ਉਸ ਦੇ ਬਾਵਜੂਦ ਅਸੀਂ ਸਿਆਸੀ ਤੌਰ 'ਤੇ ਇੱਕ ਜਮਾਤ ਨਹੀਂ ਸਿਰਜ ਸਕਦੇ, ਤਾਂ ਉਹਦੇ ਵਿੱਚ ਘਾਟਾ ਕਿਹਦਾ? ਉਹਦੇ 'ਚ ਘਾਟਾ ਸਾਡਾ ਹੀ ਹੈ ਨਾ, ਕਿ ਸਾਨੂੰ ਜਿਹੜਾ ਗੁਰੂ ਸਾਹਿਬ ਨੇ ਕਿਹਾ ਹੈ ਕਿ ਤੁਸੀਂ ਸਮਾਜ ਨੂੰ ਇੱਕ ਕਰਨਾ, ਸਮਾਜ ਨੂੰ ਸਰਬੱਤ ਦੇ ਭਲੇ ਦੇ ਲਈ ਤੁਸੀਂ ਇੱਕ ਧਾਰਨਾ ਅੱਗੇ ਪੇਸ਼ ਕਰਨੀ ਹੈ। ਜਦੋਂ ਤੁਸੀਂ ਆਪਣੀ ਸੇਵਾ ਨੂੰ ਪੋਲੀਟੀਕਲ ਰੂਪ ਵਿੱਚ ਨਹੀਂ ਬਦਲਦੇ ਤੇ ਤੁਹਾਡੀ ਜਿਹੜੀ ਗੱਲ ਦੀ ਸੁਣਵਾਈ ਨਹੀਂ ਹੋਣੀ। ਜਿੰਨਾ ਪੋਲੀਟੀਕਲ ਤੌਰ 'ਤੇ ਮਜ਼ਬੂਤ ਨਹੀਂ ਹੁੰਦੇ, ਉਹਨਾਂ ਚਿਰ ਤੱਕ ਤੁਹਾਡੀ ਆਜ਼ਾਦੀ ਦਾ ਵੀ ਮਸਲਾ ਨਹੀਂ ਨਿਕਲਦਾ। ਤੁਹਾਨੂੰ ਇਹੋ ਜਿਹੇ ਸਹਿਣੇ ਪੈਣੇ ਨੇ। ਇਸ ਲਈ ਲੋੜ ਇਸੇ ਗੱਲ ਦੀ ਹੈ ਕਿ ਤੁਸੀਂ ਇੱਕ ਚੁਣੌਤੀ ਬਣ ਕੇ ਲੋਕਾਂ ਦੀ ਗੱਲ ਕਰੋ, ਜਿਵੇਂ ਗੁਰੂ ਨੇ ਗੱਲ ਕੀਤੀ ਹੈ ਉਹ ਤਾਂ ਤੁਹਾਨੂੰ ਕਰਨੀ ਪਏਗੀ। ਪਰ ਇੱਕ ਗੱਲ ਹੋਰ ਹੈਗੀ ਆ, ਅਖੀਰਲਾ ਸਵਾਲ ਹੈਗਾ, ਜਿੱਦਾਂ ਵੱਡੀ ਗਿਣਤੀ ਵਿੱਚ ਸਿੱਖ ਮਹਿਸੂਸ ਕਰਦੇ ਆ, 36 ਵਰ੍ਹੇ ਬੀਤ ਚੁੱਕੇ ਨੇ ਔਰ ਤੁਸੀਂ ਆਖਿਆ ਕਿ ਕੁਝ ਵੀ ਨਹੀਂ ਹੋ ਪਾਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲੇ ਤੱਕ ਜੋ ਕੁਝ ਵੀ ਨਹੀਂ ਕਰ ਪਾਏ। ਵਿਧਾਨ ਸਭਾ ਦੇ ਵਿੱਚ ਚਾਹੇ ਬਾਦਲ ਕਿਆ ਨੇ 5 ਵਾਰ ਰਾਜ ਕੀਤਾ ਹੈਗਾ ਪੰਜਾਬ ਦੀ ਧਰਤੀ 'ਤੇ, ਵਿਧਾਨ ਸਭਾ 'ਚ ਕੋਈ ਮਤਾ ਨਹੀਂ ਪਾਸ ਹੋਇਆ, ਕੁਝ ਵੀ ਨਹੀਂ ਕੀਤਾ। ਉਸ ਤੋਂ ਬਾਅਦ ਖਾੜਕੂਵਾਦ ਦੀ ਲਹਿਰ ਚੱਲਦੀ ਹੈ, ਹਥਿਆਰਬੰਦ ਸੰਘਰਸ਼ ਵੀ ਕੋ ਕੇ ਮਾਰੇ ਗਏ, ਜਿਹੜੇ ਝੂਠੇ ਪੁਲਿਸ ਮੁਕਾਬਲੇ, ਸਾਰਾ ਕੁਝ ਰਲਾ ਮਿਲਾ ਕੇ ਜੋ ਕੁਝ ਵੀ ਪੰਜਾਬ ਦੀ ਧਰਤੀ ਦੇ ਉੱਪਰ ਵਾਪਰਿਆ, ਜਿਹੜੇ ਸਿੱਖ ਮਹਿਸੂਸ ਕਰਦੇ ਆ ਕਿ ਸਾਨੂੰ ਸਜ਼ਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜੂਦ ਵੀ ਰਿਹਾ ਨਹੀਂ ਕੀਤਾ ਜਾਂਦਾ, ਸਾਡੇ 'ਤੇ ਝੂਠੇ ਕੇਸ ਪਾਏ ਜਾਂਦੇ ਹੈਗੇ ਆ, ਸਾਨੂੰ ਦੂਜੇ ਨੰਬਰ ਦੇ ਸ਼ਹਿਰੀ ਅੱਜ ਵੀ ਸਮਝਿਆ ਜਾਂਦਾ ਹੈਗਾ, ਉਹ ਜਿਹੜੇ ਸਿੱਖ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਆ ਭਈ ਉਹ ਫਿਰ ਕਿੱਦਾਂ ਮਹਿਸੂਸ ਕਰਨ, ਉਹ ਆਪਣੀ ਸੋਚ ਨੂੰ ਕਿੱਦਾਂ ਦੀ ਬਣਾਉਣ ਤਾਂ ਕਿ ਉਹਨਾਂ ਨੂੰ ਲੱਗੇ ਕਿ ਸਾਡਾ ਭਾਰਤ ਸਰਕਾਰ ਜਾਂ ਭਾਰਤੀ ਸੰਵਿਧਾਨ ਜਾਂ ਭਾਰਤੀ ਕਾਨੂੰਨ ਵਿੱਚ ਆਪਾਂ ਵਿਸ਼ਵਾਸ ਕਰ ਸਕਦੇ ਹਾਂ। ਕੀ ਸੋਚਣ ਉਹ ਤਾਂ ਕਿ ਉਹਨਾਂ ਦਾ ਵਿਸ਼ਵਾਸ ਬੱਝੇ ਇਸ ਗੱਲ ਦੇ ਵਿੱਚ? ਕੁਛ ਹੈਗਾ ਉਹਨਾਂ ਨੂੰ ਕਹਿਣ ਨੂੰ? ਦੇਖੋ, ਜਿੰਨਾ ਚਿਰ ਤੱਕ ਯੋਗ ਪ੍ਰਬੰਧਕ ਇੱਥੇ ਨਹੀਂ ਆਉਣਗੇ, ਸੰਵਿਧਾਨ ਜਿੰਨਾ ਮਰਜ਼ੀ ਸੋਹਣਾ ਹੋਵੇ, ਸੰਵਿਧਾਨ ਕੋਈ ਭੂਮਿਕਾ ਨਹੀਂ ਨਿਭਾਉਂਦਾ। ਪਰ ਉਹ ਜਿਹੜੇ ਸਿੱਖ ਇੱਦਾਂ ਸੋਚਦੇ ਹੈਗੇ ਆ, ਉਹ ਤੁਹਾਨੂੰ ਸੁਣ ਰਹੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹ ਕੀ ਕਰਨ? ਫਿਰ ਉਹਨਾਂ ਚਿਰ ਉਹ ਵੇਟ ਕਰਨ ਪਈ ਵਧੀਆ ਬੰਦੇ ਆਉਣਗੇ ਜਦੋਂ, ਤੇ ਉਹਨਾਂ ਚਿਰ ਅਸੀਂ ਜੇਲ੍ਹ 'ਚ ਬੈਠੇ ਰਹੀਏ? ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਆਪਣੇ ਹੱਥੀ ਆਪੇ ਆਪਣਾ ਕਾਜ ਸਵਾਰੀਏ। ਔਰ ਜਿੰਨਾ ਚਿਰ ਤੱਕ ਤੁਸੀਂ ਰਾਜਨੀਤੀ ਵਿੱਚ ਨਿਪੁੰਨ ਨਹੀਂ ਹੁੰਦੇ, ਤੁਹਾਡੀ ਇਹੋ ਦਸ਼ਾ ਹੋਣੀ ਹੈ। ਔਰ ਰਾਜਨੀਤੀ ਵਿੱਚ ਨਿਪੁੰਨ ਹੋਣਾ ਜ਼ਰੂਰੀ ਹੈ। ਗੁਰੂ ਸਾਹਿਬ ਨੇ ਇੱਕੋ ਹੀ ਧਾਰਨਾ ਦਿੱਤੀ ਹੈ ਕਿ ਸਰਬਤ ਦੇ ਭਲੇ ਦਾ ਸਮਾਜ। ਹੁਣ ਹੁਕਮ ਹੋਆ ਮਿਹਰਬਾਨ ਕਾ, ਤੈ ਨਾ ਕਿਸੇ ਰਜਾਨ ਕਾ, ਸਭ ਸੁਖਾਲੀ ਬੁਠੀਆ ਇਹ ਹੋਆ ਹਲੀਮੀ ਰਾਜੂ। ਜਿਹੜਾ ਲੋਕਾਂ ਨੂੰ ਸਾਰਿਆਂ ਨੂੰ ਸੁੱਖ ਦੇਵੇ, ਉਹਦੇ ਲਈ, ਰਾਜ ਦੇ ਲਈ ਸਾਨੂੰ ਕੰਮ ਕਰਨਾ ਪਏਗਾ। ਹੁਣ ਤੁਸੀਂ ਇਹਨੂੰ ਵਿਸਥਾਰ ਦੇ ਨਾਲ ਜਿਸ ਤਰ੍ਹਾਂ ਮਰਜ਼ੀ ਕਰ ਲਓ। ਔਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵਿੱਚ ਹੀ ਸਾਡੀ ਸਿੱਖ ਪੰਥ ਦੀ ਮੁਕਤੀ ਹੈ। ਉਹਦੇ ਤੋਂ ਬਾਹਰ ਆਪਣੀਆਂ ਧਾਰਨਾਵਾਂ ਬਣਾ ਕੇ ਕੋਈ ਮੁਕਤੀ ਨਹੀਂ। ਜੋ ਮਰਜ਼ੀ ਕਰੀ ਜਾਓ ਵੀ ਸਾਡੇ ਨਾਲ ਆਹ ਹੋ ਗਿਆ, ਕਿਸੇ ਨੇ ਵੀ ਤੁਹਾਡੀ ਸਾਰ ਨਹੀਂ ਲੈਣੀ। ਜਦੋਂ ਤੁਹਾਡੀ ਜਿਹੜਾ ਐਕਟ ਹੈ ਉਹ ਰਾਜਨੀਤੀ ਵੱਲ ਜਾਏਗਾ, ਉਦੋਂ ਹੀ ਤੁਹਾਡੀ ਬਾਤ ਬਣੇਗੀ। ਪ੍ਰੋਫੈਸਰ ਸਾਹਿਬ, ਜਾਂਦੇ 36 ਵਰ੍ਹੇ ਬੀਤ ਚੁੱਕੇ ਨੇ। ਸਿੱਖ ਤੇ ਚਲੋ ਐਵੇਂ ਸਮਝਦੇ ਹੈਗੇ, ਜਿੱਦਾਂ ਤੁਸੀਂ ਵੀ ਸ਼ੁਰੂ ਵਿੱਚ ਆਖਿਆ ਕਿ ਜਦੋਂ ਤੁਸੀਂ ਉੱਥੇ ਦਰਬਾਰ ਸਾਹਿਬ ਦਰਸ਼ਨ ਮੇਲੇ ਕਰਨ ਵਾਸਤੇ ਹਫ਼ਤੇ ਬਾਅਦ ਗਏ ਤਾਂ ਤੁਸੀਂ ਦੱਸਿਆ ਕਿ ਮਨ ਭਰਦਾ ਸੀਗਾ, ਰੋਣਾ ਆਉਂਦਾ ਸੀਗਾ ਵੇਖ ਕੇ ਵੀ ਜੋ ਉੱਥੇ ਹਾਲਾਤ ਸੀਗੇ, ਖੂਨ ਤੁਸੀਂ ਦੇਖਿਆ ਉੱਥੇ ਟੱਠਾ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਤੁਸੀਂ ਦੇਖਿਆ। ਸਿੱਖ ਤਾਂ ਮਹਿਸੂਸ ਕਰਦੇ ਆ ਵੀ ਸਾਡੇ ਨਾਲ ਧੱਕਾ ਹੈ ਵਧੀਕੀ ਹੋਈ। ਜਿਹੜੇ ਗੈਰ ਸਿੱਖ ਨੇ ਭਾਰਤ ਵਿੱਚ ਰਹਿਣ ਵਾਲੇ, ਚਾਹੇ ਕਿਸੇ ਵੀ ਕਮਿਊਨਿਟੀ ਦੇ ਹੋਣ, ਜਿਹੜੇ ਗੈਰ ਸਿੱਖ ਨੇ, ਖਾਸ ਕਰਕੇ ਹਿੰਦੂ ਭਾਈਚਾਰੇ ਦੇ ਲੋਕ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਉਹ ਤੁਹਾਡੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਿੱਦਾਂ ਸਮਝਣ ਤਾਂ ਕਿ ਉਹ ਤੁਹਾਨੂੰ ਇਹ ਸਮਝਣ ਕਿ ਤੁਸੀਂ ਆਪਣੇ ਹੱਕਾਂ ਦੀ ਲੜਾਈ ਲੜੀ ਹੈ, ਤੁਸੀਂ ਕੋਈ ਅੱਤਵਾਦੀ ਨਹੀਂ ਹੈਗੇ, ਤੁਸੀਂ ਇੱਕ ਵਧੀਆ ਇਨਸਾਨ ਹੈਗੇ ਆ।
ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਗੈਰ ਸਿੱਖਾਂ ਨੂੰ? ਅਸੀਂ ਜੋ ਕੁਝ ਅਸੀਂ ਕਰੋਨਾ ਵਾਇਰਸ ਦੇ ਦੌਰਾਨ ਔਰ ਜੋ ਕੁਝ ਜਦੋਂ ਵੀ ਦੁਨੀਆ ਤੇ ਸੰਕਟ ਆਉਂਦੇ ਨੇ, ਚਾਹੇ ਭਾਰਤ ਵਿੱਚ ਸੰਕਟ ਆਉਂਦੇ ਨੇ, ਸਿੱਖ ਜਿਹੜਾ ਹੈ ਉਹ ਮਨੁੱਖਤਾ ਦੇ ਲਈ ਖੜਦਾ ਹੈ। ਸੰਦੇਸ਼ ਇਹੀ ਦਿੰਦਾ ਹੈ ਕਿ ਅਸੀਂ ਸਰਬੱਤ ਦੇ ਭਲੇ ਦੇ ਵਾਰਸ ਹਾਂ, ਅਸੀਂ ਤੁਹਾਡੇ ਨਾਲ ਖੜੇ ਹਾਂ। ਉਸੇ ਤਰ੍ਹਾਂ ਇਹਨਾਂ ਲੋਕਾਂ ਨੂੰ ਵੀ ਸਿੱਖਾਂ ਦੀ ਮਾਨਸਿਕਤਾ ਨੂੰ ਸਮਝਣਾ ਪਏਗਾ, ਸਿੱਖਾਂ ਦੇ ਹੱਕ ਵਿੱਚ ਖੜਨਾ ਪਏਗਾ। ਔਰ ਸਿੱਖ ਹੀ ਜਿਹੜਾ ਹੈ ਉਹ ਪੂਰੇ ਭਾਰਤ ਦਾ ਵਾਰਸ ਹੈ। ਔਰ ਇਹਦੇ ਨਾਲ ਜਿਹੜੀ ਹੈ ਉਹ ਬਹੁਤ ਬੁਰਾ ਹੋਇਆ, ਬਹੁਤ ਦੁਖਾਂਤ ਵਾਪਰਿਆ। ਇਹ ਜਿਹੜੀ ਅਕਲ ਹੈ ਭ੍ਰਿਸ਼ਟ ਲੋਕਾਂ ਨੂੰ ਨਹੀਂ ਆ ਸਕਦੀ, ਇਸ ਲਈ ਭ੍ਰਿਸ਼ਟ ਪ੍ਰਬੰਧਾਂ ਨੂੰ ਬਦਲਣਾ ਪੂਰੇ ਭਾਰਤ ਦੇ ਲੋਕਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਪੂਰੇ ਭਾਰਤ ਦੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ। ਔਰ ਸਿੱਖ ਪੰਥ ਜਿਹੜੀ ਸਿੱਖ ਵਿਚਾਰਧਾਰਾ, ਗੁਰੂਆਂ ਦੀ ਦਿੱਤੀ ਵਿਚਾਰਧਾਰਾ, ਉਸ ਨੂੰ ਅੱਗੇ ਵਧਾਉਣਾ ਚਾਹੀਦਾ ਤਾਂ ਜੋ ਭਾਰਤ ਦਾ ਮਾਹੌਲ ਜਿਹੜਾ ਇੱਕ ਸ਼ਾਂਤਮਈ ਲੋਕ ਹਿੱਤ ਵਿੱਚ ਹੋ ਸਕੇ ਔਰ ਇੱਥੇ ਜਿਹੜਾ ਭ੍ਰਿਸ਼ਟਾਚਾਰੀ ਪ੍ਰਬੰਧ ਹੈ ਉਹ ਖਤਮ ਹੋ ਸਕੇ। ਇਹਦਾ ਇਲੈਕਸ਼ਨ ਸਿਸਟਮ ਵੀ ਬਦਲਣ ਦੀ ਲੋੜ ਹੈ। ਜਿਹੜਾ ਇਲੈਕਟ੍ਰੋਨਿਕ ਕੀਤਾ ਗਿਆ ਉਹਦੇ ਰਾਹੀਂ ਬਹੁਤ ਸਾਰੀਆਂ ਹੇਰਾਫੇਰੀਆਂ ਨੇ, ਇਹਦੇ ਬਾਰੇ ਕੋਰਟਾਂ 'ਚ ਵੀ ਕੇਸ ਗਏ ਨੇ, ਪਰ ਕਿਸੇ ਦਾ ਵੀ ਹੱਲ ਨਹੀਂ ਹੋਇਆ। ਇਹ ਲੋਕ ਹਿੱਤ, ਜਿੰਨਾ ਚਿਰ ਤੱਕ ਲੋਕ ਆਪਣੇ ਹਿੱਤਾਂ ਦੇ ਲਈ ਇਹ ਨਹੀਂ ਕਰਦੇ, ਇਹਦੇ ਬਾਰੇ ਕੋਈ ਪ੍ਰਤੀਕਰਮ ਨਹੀਂ ਪ੍ਰਗਟ ਕਰਦੇ, ਜਨਤਕ ਲਹਿਰ ਨਹੀਂ ਚਲਾਉਂਦੇ, ਉਹਨਾਂ ਚਿਰ ਤੱਕ ਗੱਲ ਵੀ ਨਹੀਂ ਜਿਹੜੀ ਆ ਉਹ ਬਣਨੀ। ਔਰ ਜਿਹੜਾ ਜਮਹੂਰੀਅਤ ਦੀ ਰੱਖਿਆ ਲੋਕਾਂ ਨੇ ਕਰਨੀ ਹੁੰਦੀ ਹੈ ਅਤੇ ਲੋਕਾਂ ਨੂੰ ਆਪਣੇ ਲੋਕਾਂ ਦੇ ਲਈ ਖੜਨਾ ਪੈਂਦਾ। ਸਿੱਖ ਵੀ ਲੋਕਾਂ ਦੇ ਨੇ, ਸਿੱਖਾਂ ਦਾ ਵਿਚਾਰਧਾਰਾ ਹੀ ਇਹ ਹੈ ਕਿ ਅਸੀਂ ਲੋਕਾਂ ਦੇ ਹਾਂ ਔਰ ਲੋਕਾਂ ਨੂੰ ਵੀ ਸਿੱਖਾਂ ਦੇ ਹੱਕ ਵਿੱਚ ਖਲੋਣਾ ਚਾਹੀਦਾ। ਮੇਰਾ ਇਹੀ ਗੈਰ ਸਿੱਖਾਂ ਨੂੰ ਸੰਦੇਸ਼ ਹੈ ਕਿ ਸਿੱਖ ਪੰਥ ਦੇ ਹੱਕ ਵਿੱਚ ਡਟ ਕੇ ਖਲੋਵੋ ਔਰ ਸਿੱਖ ਪੰਥ ਹੀ ਜਿਹੜਾ ਹੈ ਉਹ ਸਮਾਜ ਦਾ ਰੱਖਿਅਕ ਹੈ, ਸਮਾਜ ਦਾ ਉਹ ਸੇਵਕ ਹੈ। ਅਤੇ ਇਸ ਗੱਲ ਨੂੰ ਜੋ ਸਾਡੇ ਵਿਰੁੱਧ ਜਿਹੜੀ ਵਿਚਾਰਧਾਰਾ ਫੈਲਾਈ ਜਾਂਦੀ ਹੈ, ਇਹ ਅੱਤਵਾਦੀ ਨੇ, ਇਹ ਮਨੁੱਖਤਾ ਵਿਰੋਧੀ ਨੇ, ਉਹ ਸਾਰੀਆਂ ਇੱਕ ਘਟੀਆ ਕਿਸਮ ਦੀਆਂ ਔਰ ਘਟੀਆ ਕਿਸਮ ਦੇ ਜਿਹੜੇ ਨੇ ਉਹ ਫੈਲਾਏ ਜਾ ਰਹੇ ਚੱਕਰ ਵਿਊ ਨੇ। ਇਹਨਾਂ ਚੱਕਰ ਵਿਊਆਂ ਨੂੰ ਜਿਹੜਾ ਲੋਕਾਂ ਨੂੰ ਤੋੜਨ ਦੀ ਲੋੜ। ਜੀ ਜ਼ਰੂਰ। ਮੈਨੂੰ ਲੱਗਦਾ ਪ੍ਰੋਫੈਸਰ ਸਾਹਿਬ ਨੇ ਦਾ ਕਹਿਣਾ ਹੈਗਾ ਕਿ ਸਿੱਖ ਆਪਣਾ ਜਿਹੜਾ ਅਸਲ ਕਿਰਦਾਰ ਹੈਗਾ, ਜਦੋਂ ਵੀ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਕੋਈ ਵੱਡੀ ਵਿਪਤਾ ਆਉਂਦੀ ਹੈ, ਉੱਥੇ ਜਾ ਕੇ ਸਿੱਖ ਆਪਣਾ ਅਸਲ ਕਿਰਦਾਰ ਦਿਖਾਉਂਦਾ ਹੈ, ਆਪਣਾ ਅਸਲ ਕਿਰਦਾਰ ਨਿਭਾਉਂਦਾ ਹੈ। ਪ੍ਰੋਫੈਸਰ ਸਾਹਿਬ ਦਾ ਕਹਿਣਾ ਹੈਗਾ ਕਿ ਲੋਕਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਹੈਗਾ ਕਿ ਜਿਹੜੇ ਲੋਕ ਵਿਪਤਾ ਸਮੇਂ ਆਮ ਲੋਕਾਂ ਦੇ ਨਾਲ ਖੜਦੇ ਨੇ ਉਹ ਲੋਕ ਅੱਤਵਾਦੀ ਨਹੀਂ ਹੁੰਦੇ ਹੈਗੇ, ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ। ਮੈਨੂੰ ਲੱਗਦਾ ਪ੍ਰੋਫੈਸਰ ਸਾਹਿਬ ਨੇ ਜਿਹੜੀ ਹੋਰ ਤੁਸੀਂ ਵੱਡੀ ਜਿਹੜੀ ਗੱਲ ਕਰੀ ਹੈਗੀ ਆ ਕਿ ਜਿਹੜੇ ਸਿੱਖ ਕੌਮ ਹੈਗੀ ਆ ਉਹਨਾਂ ਦੇ ਲੀਡਰਾਂ ਨੂੰ ਜ਼ਰੂਰਤ ਹੈਗੀ ਇਸ ਗੱਲ ਦੀ ਕਿ ਉਹ ਇੱਕ ਆਪਣੀ ਵਧੀਆ ਲੀਡਰਸ਼ਿਪ ਪੈਦਾ ਕਰਨ ਔਰ ਸੱਤਾ ਦੇ ਵਿੱਚ, ਰਾਜਨੀਤੀ ਦੇ ਵਿੱਚ ਆ ਕੇ ਆਪਣੀ ਇੱਕ ਮਜ਼ਬੂਤ ਪਕੜ ਬਣਾਉਣ, ਤਾਂ ਹੀ ਸਾਰੇ ਮਸਲੇ ਹੱਲ ਹੋ ਸਕਦੇ ਨੇ, ਪੰਜਾਬ ਅਤੇ ਭਾਰਤ ਸੋਹਣਾ ਬਿਹਤਰ ਹੋ ਸਕਦਾ। ਪ੍ਰੋਫੈਸਰ ਸਾਹਿਬ ਤੁਹਾਡਾ ਤਾਂ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਰੁਝੇਵੇਂ 'ਚ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੇ ਜ਼ਰੂਰ ਕਾਫੀ ਲਾਹਾ ਲਿਆ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।